साहिब तार के मूरत है जागे आयो। छाए जाती एकता, छाए जाती एकता, अनेकता बिलाए जाती। होती कुचीलता किताबन कुरान की। पाप ही परपक जाते, धर्म तसक जाते। बरन गरक जाते सहित विधान की। देवी देव द्योहरे संतोख सिंह दूर होते। रीत मिट जाती कथा वेदन पुराण की। श्री गुरु गोबिंद सिंह पावन परम सूर। श्री गुरु गोबिंद सिंह पावन परम सूर। मूर्त न होती जाओ पै करना निदान की। जिसमें है अमृत ज्ञान है, श्री गुरु ग्रंथ साहिब उदद। श्री गुर शब्द कमाए जैना। तेन संतन को बंदना। एक ओंकारा सतगुरु वाहिगुरु जी की फतेह है। वाहिगुरु जी की फतेह है। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु। चवर तख्त छत्र दे मालक दसां पातशाहियां दी जोत। समरथ परतख हाजर नाजर सतगुरु। वालीए दो जहां हलत पलत दे रखियक धन धन साहिब सतगुरु। आद श्री गुरु ग्रंथ साहिब जी महाराज। ऐसे दीन दयाल सतगुरु पातशाह जी दी अपने अपार कृपा रहमत बख्शत दा सदका। श्री दशमेश पिता जी श्री कलगीधर जी पंथ वाली अमृत दे दाते सतगुरु साहिब कमाल धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस अस्थान तख्त श्री केसगढ़ साहिब जी विखे हाजरियां भर रहे यात्रा करदियां साहिबां दी महान गुरसंगत पंगत दा लाहा लै रहे गुरु सवारे
ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਆਪ ਜੀ ਨੇ ਸਾਹਿਬਾਂ ਦੇ ਮਹਾਨ ਸਥਾਨ 'ਤੇ ਹਾਜ਼ਰੀ ਭਰੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਹਿਬਾਂ ਦੇ ਮਹਾਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਦੇ ਜੀਵਨ ਬਿਰਤਾਂਤ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਅੱਜ ਇਤਿਹਾਸਕ ਦਿਨ ਹੈ। ਸਿੱਖ ਕੌਮ ਦੇ ਮਹਾਨ ਸੂਰਬੀਰ ਬਹਾਦਰ ਯੋਧੇ, ਲੰਮਾ ਸਮਾਂ ਪੰਥ ਦੀ ਅਗਵਾਈ ਕਰਨ ਵਾਲੇ ਪਵਿੱਤਰ ਆਤਮਾ ਗੁਰਮੁਖ ਪਿਆਰੇ ਭਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਸੰਨ 1718 ਨੂੰ ਆਹਲੂਵਾਲ ਨਗਰ ਦੇ ਵਿੱਚ ਭਾਈ ਬਦਰ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਦਾ ਜਨਮ ਹੋਇਆ। ਬਚਪਨ ਦੇ ਵਿੱਚ ਹੀ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ, ਆਪਣੀ ਮਾਤਾ ਜੀ ਦੇ ਨਾਲ ਦਿੱਲੀ ਜਾ ਕਰਕੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਦੇ ਪਾਸ ਲੰਮਾ ਸਮਾਂ ਰਹੇ। ਭਾਈ ਸਾਹਿਬ ਜੀ ਦੇ ਮਾਤਾ ਜੀ ਬੜਾ ਸੁੰਦਰ ਕੀਰਤਨ ਕਰਦੇ ਸਨ, ਸੋ ਮਾਤਾ ਜੀ ਦੇ ਕੋਲੋਂ ਮੈਂ ਕੀਰਤਨ ਦੀ ਦਾਤ ਪ੍ਰਾਪਤ ਹੋਈ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਨੇ ਵਿੱਦਿਆ ਦਾ ਸਾਰਾ ਪ੍ਰਬੰਧ ਕੀਤਾ ਔਰ ਕਈ ਸਾਲ ਮਾਤਾ ਜੀ ਦੇ ਕੋਲ ਰਹਿ ਕਰਕੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਦਿਆਂ ਸੰਗਤ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਰਹੇ। ਅਖੀਰ ਮਾਤਾ ਜੀ ਦੀ ਸੰਗਤ ਵਿੱਚੋਂ ਤਰਾਸ਼ਿਆ ਹੋਇਆ ਇਹ ਮਹਾਨ ਹੀਰਾ ਸਿੱਖ ਪੰਥ ਦੇ ਉਸ ਸਮੇਂ ਦੇ ਮਹਾਨ ਆਗੂ ਸਰਦਾਰ ਕਪੂਰ ਸਿੰਘ ਜੀ ਦੀ ਝੋਲੀ ਪਿਆ, ਜਿਨ੍ਹਾਂ ਨੇ ਆਪਣਾ ਪੁੱਤਰ ਬਣਾ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਖਸ਼ਿਸ਼ ਕੀਤੀਆਂ। ਉਹਨਾਂ ਦੇ ਬਚਨ ਸੱਤ ਹੋਏ ਜੋ ਉਹਨਾਂ ਨੇ ਕਿਹਾ ਸੀ ਕਿ ਮੈਂ ਘੋੜਿਆਂ ਦੀ ਲਿੱਦ ਚੁੱਕਦਾ ਸੀ, ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦਾ ਸੀ। ਸਿੱਖਾਂ ਨੇ ਮੈਨੂੰ ਨਵਾਬੀ ਦੇ ਦਿੱਤੀ, ਨਵਾਬ ਬਣਾ ਦਿੱਤਾ ਹੈ, ਤੈਨੂੰ ਬਾਦਸ਼ਾਹ ਬਣਾ ਦੇਣਗੇ। ਅਖੀਰ ਉਹ ਸਮਾਂ ਆਇਆ ਜਦੋਂ ਕੌਮ ਨੇ ਉਹਨਾਂ ਨੂੰ ਸੁਲਤਾਨ ਉਲ ਕੌਮ ਦਾ ਮਹਾਨ ਖਿਤਾਬ, ਬਾਦਸ਼ਾਹ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਫਤਿਹ ਕੀਤਾ, ਕਪੂਰਥਲਾ ਰਿਆਸਤ ਕਾਇਮ ਕੀਤੀ, ਬਹੁਤ ਸਾਰੇ ਇਲਾਕੇ ਉਹਨਾਂ ਨੇ ਆਪਣੇ ਅਧੀਨ ਕੀਤੇ। ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹਨਾਂ ਨੇ ਕਾਇਮ ਕੀਤਾ। 12 ਮਿਸਲਾਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਸਰਦਾਰ ਸਨ, ਜਿਨ੍ਹਾਂ ਨੇ ਘੱਲੂਘਾਰਿਆਂ ਦੇ ਸਮੇਂ ਬੜੀ ਵੱਡੀ ਵੀਰਤਾ, ਬਹਾਦਰੀ, ਸੂਰਮਤਾਈ ਦੇ ਨਾਲ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਧਰਮ ਵਾਸਤੇ ਵੱਡੀ ਕੁਰਬਾਨੀ ਕੀਤੀ। ਆਪਣੇ ਸਰੀਰ 'ਤੇ ਅਨੇਕਾਂ ਹੀ ਫੱਟ ਚੱਲੇ, ਪਰ ਕਦੇ ਵੀ ਮੁਸ਼ਕਲ ਦੇ ਦੌਰ ਵਿੱਚੋਂ ਲੰਘ ਰਹੇ ਪੰਥ ਤੋਂ ਪਾਸੇ ਨਹੀਂ ਹੋਏ, ਸਗੋਂ ਹਰ ਮੁਹਿੰਮ ਦੇ ਵਿੱਚ ਅੱਗੇ ਹੋ ਕਰਕੇ ਆਪਣੀ ਛਾਤੀ ਢਾਹ ਕਰਕੇ ਕੌਮ ਨੂੰ ਬੁਲੰਦੀਆਂ 'ਤੇ ਲੈ ਕਰਕੇ ਗਏ। ਅਖੀਰ ਅਜਿਹੇ ਮਹਾਨ ਸੂਰਮਿਆਂ ਦੀ ਕੁਰਬਾਨੀ, ਦ੍ਰਿੜਤਾ, ਬਹਾਦਰੀ ਸਦਕਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ। ਐਸੇ ਮਹਾਨ ਗੁਰੂ ਕੇ ਲਾਲ, ਗੁਰੂ ਪੰਥ ਤੋਂ ਵਰਸਾਏ ਹੋਏ, ਗੁਰੂ ਪੰਥ ਤੋਂ ਸਾਜੇ ਨਵਾਜੇ ਮਹਾਨ ਸੂਰਬੀਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੇ ਪਾਵਨ ਜਨਮ ਦਿਹਾੜੇ ਦੀ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਜੋ ਲੜੀਵਾਰ ਸਤਿਗੁਰੂ ਦੇ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਦੁਸ਼ਟ ਸੁਭਾਅ ਵਾਲੇ ਚੰਦੂ ਨੇ ਔਰ ਪ੍ਰਿਥੀ ਚੰਦ ਨੇ ਆਪਸ ਵਿੱਚ ਮਤਾ ਪਕਾਇਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਫਿਰ ਜਦੋਂ ਚਿੱਠੀ ਭੇਜੀ ਪ੍ਰਿਥੀ ਨੇ, ਚੰਦੂ ਨੇ ਅੱਗੋਂ ਜਵਾਬ ਦਿੱਤਾ ਕਿ ਬਸ ਮੈਂ ਮੌਕੇ ਦੀ ਤਾਕ ਵਿੱਚ ਹਾਂ, ਮੈਨੂੰ ਆਇਆ ਸਮਝੋ। ਇੱਕ ਦਿਨ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਤੁਹਾਡੇ ਬਜ਼ੁਰਗ ਗਰਮੀਆਂ ਦੇ ਮੌਸਮ ਵਿੱਚ ਕਸ਼ਮੀਰ ਜਾਂਦੇ ਹੁੰਦੇ ਸਨ, ਤੁਹਾਨੂੰ ਵੀ ਜਾਣਾ ਚਾਹੀਦਾ ਹੈ। ਸੋ ਬਾਦਸ਼ਾਹ ਨੇ ਇਸ ਦੀ ਸਲਾਹ ਮੰਨੀ ਹੈ।
ਉਹ ਲਾਓ ਲਸ਼ਕਰ ਲੈ ਕੇ ਕਸ਼ਮੀਰ ਨੂੰ ਤਿਆਰ ਹੋਇਆ। ਜਦੋਂ ਆ ਕੇ ਪੰਜਾਬ ਵਿੱਚ ਪਹੁੰਚੇ ਹਨ ਤਾਂ ਸ਼ਿਕਾਰ ਖੇਡਣ ਵਾਸਤੇ ਬਾਦਸ਼ਾਹ ਨੇ ਤਿਆਰੀ ਕੀਤੀ। ਇੱਕ ਹਿਰਨ ਦੇ ਪਿੱਛੇ ਆਪਣਾ ਘੋੜਾ ਦੌੜਾਇਆ। ਹਿਰਨ ਤਾਂ ਦੂਰ ਨਿਕਲ ਗਿਆ। ਘੋੜੇ ਨੇ ਜਦ ਲੰਮੀ ਛਾਲ ਮਾਰੀ ਬਾਦਸ਼ਾਹ 'ਤੇ, ਬਾਦਸ਼ਾਹ ਘੋੜੇ 'ਤੇ ਸਵਾਰ ਸੀ, ਉਹ ਘੋੜੇ ਤੋਂ ਥੱਲੇ ਡਿੱਗਣ ਕਰਕੇ ਉਹਦੇ ਸੱਟ ਲੱਗ ਗਈ। ਦੁਸ਼ਟ ਚੰਦੂ ਪਤਾ ਲੈਣ ਗਿਆ। ਉਸ ਸਮੇਂ ਉਸਨੇ ਉਸ ਦੇ ਕੰਨ ਭਰੇ। ਜਦੋਂ ਬਾਦਸ਼ਾਹ ਨੇ ਆਖਿਆ ਕਿ ਕੋਈ ਨਜੂਮੀਆਂ ਸੱਦੋ ਜਿਹੜਾ ਜਨਮ ਦੀ ਕਿਤਾਬ ਵੇਖ ਕੇ ਦੱਸੇ ਕਿ ਮੇਰੇ ਸੱਟ ਕਿਉਂ ਲੱਗੀ ਹੈ, ਤਾਂ ਦੁਸ਼ਟ ਚੰਦੂ ਨੇ ਆਖਿਆ ਕਿ ਉਹ ਕਿਤਾਬ ਤਾਂ ਰਾਤੀ ਚੋਰੀ ਹੋ ਗਈ, ਚੋਰ ਪੈ ਗਏ ਸਨ ਅਤੇ ਇਸ ਮਾਝੇ ਦੇ ਇਲਾਕੇ ਵਿੱਚ ਬਹੁਤ ਸਾਰੇ ਚੋਰ ਨੇ। ਗੁਰੂ ਅਰਜਨ ਦੇਵ ਉਹਨਾਂ ਨੂੰ ਪਨਾਹ ਦਿੰਦਾ ਹੈ, ਉਹਨੇ ਚੋਰ ਰੱਖੇ ਹਨ। ਇਸ ਤਰ੍ਹਾਂ ਦੀਆਂ ਮਾੜੀਆਂ ਭੈੜੀਆਂ ਗਲਤ ਵਿਚਾਰਾਂ ਬਾਦਸ਼ਾਹ ਦੇ ਕੰਨਾਂ ਵਿੱਚ ਪਾਈਆਂ। ਬਾਦਸ਼ਾਹ ਨੇ ਭਾਵੇਂ ਕੋਈ ਬਹੁਤਾ ਅਸਰ ਨਹੀਂ ਕੀਤਾ, ਪਰ ਚੰਦੂ ਨੇ ਬਾਦਸ਼ਾਹ ਦੇ ਮਨ ਵਿੱਚ ਕੋਈ ਅਜਿਹੇ ਸ਼ੰਕੇ ਸੰਦੇਹ ਪੈਦਾ ਕੀਤੇ ਹਨ। ਸੋ ਬਾਦਸ਼ਾਹ ਨੂੰ ਉਸਦੇ ਸਾਥੀਆਂ ਚੁੱਕ ਕੇ ਪਾਲਕੀ ਵਿੱਚ ਪਾਇਆ ਹੈ। ਚੰਦੂ ਪਤਾ ਲੈਣ ਗਿਆ ਅਤੇ ਉਹਨੇ ਅਜਿਹੀਆਂ ਗੱਲਾਂ ਕੀਤੀਆਂ। ਸੋ ਅੱਗੇ ਜਿਵੇਂ ਅਗਲਾ ਇਤਿਹਾਸ ਭਾਈ ਸਾਹਿਬ ਜੀ ਸੁਣਾ ਰਹੇ ਨੇ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਣੀ ਭਰਾਤਾ ਪੁੱਤਰ ਇੱਕ ਸੁਲਭੀ ਨਾਮ ਕਹੰਤ। ਸੋਲੀ ਖਾਂ ਪਠਾਨ ਦਾ ਇੱਕ ਭਰਾ ਸੀ। ਉਸ ਦਾ ਇੱਕ ਲੜਕਾ ਸੀ ਜਿਸ ਦਾ ਨਾਮ ਸੁਲਭੀ ਜਾਂ ਸੁਲੱਭੀ ਖਾਨ ਆਖਦੇ ਸਨ। ਸੋ ਇਸ ਦੇ ਭਰਾ ਦਾ ਪੁੱਤਰ ਸੀ ਸੋਲੀ ਖਾਨ, ਜਿਹੜਾ ਪਿੱਛੇ ਸੜ ਕੇ ਮਰ ਗਿਆ ਸੀ। ਇਹ ਭਤੀਜਾ ਸੀ ਸੋਲੀ ਖਾਨ ਦਾ, ਜਿਸ ਦਾ ਨਾਮ ਸੁਲੱਭੀ ਖਾਨ ਜਾਂ ਸੁਲਭੀ ਖਾਂ ਕਹਿੰਦੇ ਸਨ। ਚੰਦੂ ਆਰ ਬਾਦਸ਼ਾਹੋ ਕੋ ਸਗਰ ਸੁਨਿਓ ਬਿਰਦੰਤ। ਚੰਦੂ ਦਾ ਤੇ ਬਾਦਸ਼ਾਹ ਜਹਾਂਗੀਰ ਦਾ ਆਪਸ ਵਿੱਚ ਜਿਹੜਾ ਗੱਲਬਾਤ ਦਾ ਸਿਲਸਿਲਾ, ਜਿਹੜੀ ਵਾਰਤਾਲਾਪ ਸੀ, ਇਸ ਨੇ ਨੇੜੇ ਖਲੋਤੇ ਹੋਇਆਂ ਉਹ ਸਾਰੀ ਸੁਣੀ। ਨਿਸ਼ਾਨੇ ਸ਼ੰਗ ਪੁੱਤਰ ਪਾਰ ਜਬ ਟਿਕੇ ਨਿਸ ਤੰਬੂ ਮੈਂ ਚੰਦੂ। ਰਾਤ ਦੇ ਸਮੇਂ ਜਦੋਂ ਇਹ ਸ਼ਾਮਾਂ ਨੂੰ ਦਰਿਆ ਪਾਰ ਕਰਕੇ ਟਿਕੇ ਨਾ, ਤਾਂ ਨਿਸ ਮਹਿ ਤਬ ਚੰਦੂ ਦੁਸ਼ਟ ਜਿਹੜਾ ਸੀ ਰਾਤ ਦੇ ਸਮੇਂ ਸੁਲਭੀ ਸੁਨਹਿ ਕੋ ਜਿਤੈ ਪੁਰ ਕਸ਼ਟ ਬਿਰੰਦੋ। ਤੇ ਜਿਹੜਾ ਇਹ ਸੁਲੱਭੀ ਖਾਂ ਹੈ, ਆਪਣੇ ਚਾਚੇ ਸੁਲੀ ਖਾਂ ਨੂੰ ਚੇਤੇ ਕਰਕੇ ਹਿਰਦੇ ਵਿੱਚ ਇਸ ਨੂੰ ਬੜਾ ਕਸ਼ਟ ਦੁੱਖ ਹੋ ਰਿਹਾ ਹੈ। ਤਾਮੇ ਗਾਨਿਓ ਪਾਸ ਤਿਸ ਬੂਝੀ ਸੁਧ ਸਾਰੀ। ਤਾਮ ਹੁੰਦਾ ਹਨੇਰਾ। ਜਦੋਂ ਹਨੇਰਾ ਜਿਹਾ ਹੋ ਗਿਆ ਰਾਤ, ਤਾਂ ਇਹ ਸੁਲੱਭੀ ਖਾਂ ਜਿਹੜਾ ਸੀ ਦੁਸ਼ਟ ਚੰਦੂ ਦੇ ਪਾਸ ਜਾ ਪਹੁੰਚਾ ਅਤੇ ਜਾ ਕੇ ਸਾਰੀ ਜਿਹੜੀ ਸੁੱਧ ਖਬਰ ਸਾਰ ਸੀ ਪੁੱਛੀ। ਇਹਨੇ ਆਖਿਆ ਕਿ ਜੋ ਸਾਡਾ ਦੁਸ਼ਮਣ ਰਿਪ ਕਹਿੰਦੇ ਨੇ ਦੁਸ਼ਮਣ ਨੂੰ, ਜੋ ਸਾਡਾ ਦੁਸ਼ਮਣ ਗੁਰੂ ਅਰਜਨ ਦੇਵ ਹੈ, ਉਹਨਾਂ ਦੀ ਬਾਬਤ ਤੂੰ ਕੀ ਰਾਏ ਰੱਖਦਾ ਹੈ, ਕੀ ਵਿਚਾਰ ਕਹਿੰਦਾ ਹੈ। ਸੁਣ ਕਰਕੇ ਚੰਦੂ ਅੱਗੇ ਹੀ ਮੌਕਾ ਭਾਲਦਾ ਸੀ ਤੇ ਇਹਨੇ ਤਰਕ ਮਾਰੀ। ਤਰਕ ਕਰਦਿਆਂ ਕਹਿਣ ਲੱਗਾ ਕਿ ਲਾਇਕ ਬਿਨ ਹੋਏ ਤੁਸੀਂ ਲਾਇਕ ਨਹੀਂ ਰਹੇ ਹੋ, ਤੁਹਾਡੇ ਵਿੱਚ ਯੋਗਤਾ ਸਮਰੱਥਾ ਨਹੀਂ ਹੈ। ਤੁਹਾਨੂੰ ਚਾਹੀਦਾ ਸੀ, ਤੁਹਾਡਾ ਚਾਚਾ ਮਾਰਿਆ ਗਿਆ ਸੀ, ਮੁਹਿੰਮ 'ਤੇ ਗਿਆ, ਤੇ ਤੂੰ ਆਪਣੇ ਚਾਚੇ ਦਾ ਵੈਰ ਲੈਨੋ, ਬਦਲਾ ਲੈਨੋ, ਪਰ ਤੂੰ ਤਾਂ ਸੁੱਖ ਦੇ ਨਾਲ ਸੁੱਤਾ ਰਹਿੰਦਾ ਹੈ। ਤੂੰ ਇਸ ਗੱਲ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਤੇ ਚਾਚੇ ਦਾ ਵੈਰ ਨਾ ਲੈ ਸਕਿਓ। ਮੈਂ ਉਪਾਏ ਕਹਿ ਬੇ ਕਰੋ ਦਿਨ ਕੀਤ ਤੁਮਾਹੀ।
ਤੂੰ ਤਾਂ ਨਹੀਂ ਚਾਚੇ ਦਾ ਵੈਰ ਲਿਆ, ਸੁੱਖ ਨਾਲ ਪੈ ਕੇ ਸੁੱਤਾ ਰਹਿਣਾ, ਪਰ ਮੈਂ ਹੁਣ ਉਹਨਾਂ ਨੂੰ ਫੜਨ ਦਾ ਉਪਾਅ ਯਤਨ ਕਰਾਂਗਾ। ਬਸ ਕੇਤਕ ਦਿਨ ਮਾਹੀ, ਥੋੜ੍ਹੇ ਦਿਨਾਂ ਤੱਕ ਹੀ ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰ ਲਵਾਂਗਾ। ਜੇਕਰ ਤੇਰੇ ਹਿਰਦੇ ਵਿੱਚ ਤੇਰੇ ਚਾਚੇ ਦੀ ਮੌਤ ਦਾ ਦੁੱਖ ਹੈ ਨਾ ਵਾਕਿਆ ਹੀ, ਤਾਂ ਤੂੰ ਹੀ ਫਿਰ ਮੇਰਾ ਸਹਾਈ ਬਣ, ਤੇ ਹੁਣ ਆਪਾਂ ਗੁਰੂ ਅਰਜਨ ਦੇਵ ਨੂੰ ਛੱਡਾਂਗੇ ਨਹੀਂ। ਸੁਨ ਦੀਵਾਨ ਮੁਝ ਆਨ ਹੈ, ਸੁਧ ਬੁੱਧੀ ਨਾ ਤਰੇ। ਤੇ ਇਹ ਜਿਹੜਾ ਸੁਲੱਭੀ ਖਾਂ ਸੀ ਨਾ, ਸੁਣ ਕਰਕੇ ਅੱਗੋਂ ਆਖਣ ਲੱਗਾ, ਕੀ ਆਖਿਆ ਨੇ? ਸੁਣ ਦੀਵਾਨ ਮੁਝ ਆਨ ਹੈ, ਆਨ ਹੁੰਦੀ ਕਸਮ, ਸਹੁੰ। ਕਹਿਣ ਲੱਗਾ ਮੈਨੂੰ ਸਹੁੰ ਹੈ, ਮੈਂ ਸਹੁੰ ਖਾਂਦਾ ਹਾਂ, ਸੁਧ ਹੋਤੀ ਨਾ ਤੇਰੀ। ਸੋ ਤੇਰੀ ਮੈਨੂੰ ਪਹਿਲਾਂ ਕੋਈ ਖਬਰਸਾਰ ਨਹੀਂ ਸੀ। ਤੇ ਸਾਡੇ ਦੋਵਾਂ ਦੇ ਰਲ ਜਾਣ ਕਰਕੇ ਇਕੱਠੇ ਕੰਮ ਕਰਨ ਤੇ ਗੁਰੂ ਅਰਜਨ ਦੇਵ ਨੂੰ ਮਾਰ ਦੇਣਾ, ਖਤਮ ਕਰ ਦੇਣਾ, ਇਹ ਵਿਧੀ ਸੁਗਮ ਵਡੇਰੀ, ਬੜੀ ਸੌਖੀ ਹੈ। ਅਸੀਂ ਦੋਵੇਂ ਇਕੱਠੇ ਹੋ ਗਏ ਨਾ, ਗੁਰੂ ਅਰਜਨ ਦੇਵ ਨੂੰ ਅਸੀਂ ਸੌਖਿਆਂ ਹੀ ਖਤਮ ਕਰ ਦੇਵਾਂਗੇ। ਅਸੀਂ ਇਸ ਤਰ੍ਹਾਂ ਖਤਮ ਕਰਾਂਗੇ ਜਿਵੇਂ ਹਵਾ ਤੇ ਅੱਗ ਦੋਵੇਂ ਬਲੀ ਹਨ, ਪਰ ਜੇਕਰ ਰਲ ਜਾਣ, ਇਕੱਠੀਆਂ ਹੋ ਜਾਣ ਨਾ, ਵੱਡੇ ਤੋਂ ਵੱਡਾ ਜੰਗਲ ਸਾੜ ਕੇ ਤਬਾਹ ਕਰ ਦਿੰਦੀਆਂ ਨੇ। ਅੱਗ ਬਲਦੀ ਹੋਵੇ, ਲੱਗੀ ਹੋਵੇ ਕਿਤੇ, ਤੇ ਤੇਜ਼ ਹਨੇਰੀ ਆ ਜਾਏ, ਉਹ ਮੀਲਾਂ ਦੇ ਮੀਲ ਉਸ ਅੱਗ ਨੂੰ ਫੈਲਾ ਦਿੰਦੀ ਹੈ, ਕਿਉਂਕਿ ਅੱਗ ਵੀ ਤਾਕਤਵਰ ਹੈ ਤੇ ਹਨੇਰੀ ਵੀ ਤਾਕਤਵਰ ਹੈ। ਦੋਵੇਂ ਇਕੱਠੀਆਂ ਹੋ ਜਾਣ ਤੇ ਬੜੇ ਵੱਡੇ ਜੰਗਲ ਸਾੜ ਦਿੰਦੀਆਂ ਨੇ। ਤੇ ਸਾਡੀ ਵੀ ਵਿਚਾਰ ਇਸੇ ਤਰ੍ਹਾਂ ਦੀ ਹੈ ਕਿ ਘੱਟ ਮੈਂ ਵੀ ਨਹੀਂ ਤੇ ਘੱਟ ਤੂੰ ਵੀ ਨਹੀਂ ਹੈ। ਇਸੇ ਤਰ੍ਹਾਂ ਹੀ ਅੱਗ ਤੇ ਹਵਾ ਦੀ ਨਿਆਈ ਅਸੀਂ ਰਲ ਗਏ, ਇਕੱਠੇ ਹੋ ਗਏ, ਤੇ ਸਾਡੇ ਸਾਹਮਣੇ ਕਿੰਨੇ ਠਹਿਰਨਾ ਹੈ। ਤੂੰ ਮੈਨੂੰ ਬਾਦਸ਼ਾਹ ਦੇ ਕੋਲੋਂ ਹੁਕਮ ਦਵਾ ਦੇ, ਆਗਿਆ ਕਰਵਾ ਦੇ, ਤੇ ਮੈਂ ਜਾਉਂ ਆਵਾਸ ਹੁੰਦਾ ਘਰ। ਮੈਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਘਰ ਵਿੱਚ ਉਹਨਾਂ ਨੂੰ ਫੜਨ ਦੀ ਚੜ੍ਹਾਈ ਕਰਕੇ ਜਾਂਦਾ ਹਾਂ। ਉਹਨਾਂ ਦੇ ਨਗਰ ਵਿੱਚ ਪਹੁੰਚ ਕੇ ਗੁਰੂ ਅਰਜਨ ਦੇਵ ਨੂੰ ਪਕੜ ਕਰਕੇ ਕਾਰਾਗ੍ਰਹਿ ਹੁੰਦਾ ਹੈ, ਜੇਲ੍ਹ ਖਾਨਾ, ਮੈਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਪਾ ਦੇਵਾਂਗਾ। ਤੇ ਰਾਤ ਦੇ ਸਮੇਂ ਮੈਂ ਉਹਨਾਂ ਨੂੰ ਵੱਖ ਕਰਕੇ, ਇਕੱਲਿਆਂ ਕਰਕੇ, ਉਹਨਾਂ ਦਾ ਸਿਰ ਜਿਹੜਾ ਧੜ ਤੋਂ ਉਤਰਾ ਦੇਵਾਂਗਾ, ਸਿਰ ਧੜ ਤੋਂ ਵੱਖ ਕਰਵਾ ਦੇਵਾਂਗਾ। ਤੇ ਤੂੰ ਇਹ ਕੰਮ ਕਰੇ ਕਿ ਇੱਥੇ ਬਾਦਸ਼ਾਹ ਤੱਕ ਇਹ ਗੱਲ ਪਹੁੰਚਣ ਨਾ ਦਵੀਂ। ਆਪਾਂ ਗੁਪਤ ਹੀ ਇਹ ਸਾਰਾ ਕੰਮ ਕਰ ਦੇਣਾ ਹੈ, ਬਾਦਸ਼ਾਹ ਨੂੰ ਇਸ ਗੱਲ ਦੀ ਖਬਰ ਨਾ ਹੋਣ ਦੇਈਂ। ਤੇ ਜਿਹੜੇ ਰਹੇ ਨਿਕਟ ਤਨ ਦੇਹੋ ਤਿਨੇ, ਜਿਹੜੇ ਬਾਦਸ਼ਾਹ ਦੇ ਨਿਕਟ ਵਰਤੀ ਨੇੜੇ ਤੇੜੇ ਰਹਿੰਦੇ ਨਾ, ਉਹਨਾਂ ਨੂੰ ਧਨ ਪੈਸੇ ਰਿਸ਼ਵਤ ਦੇ ਕੇ ਆਪਣੇ ਪੱਖੀ ਕਰ ਲਿਓ। ਤੇ ਇਸ ਤਰ੍ਹਾਂ ਆਪਣੇ ਕਰ ਲੀਜੇ, ਆਪਣੇ ਬਣਾ ਲੈਣਾ ਕਰਿਓ। ਤੇ ਜੇਕਰ ਕੋਈ ਕੁਛ ਸਮੇਂ ਬਾਅਦ, ਕੁਝ ਕਾਲ ਅਰਸਾ ਬਤੀਤ ਹੋ ਗਿਆ, ਤੇ ਕਿਸੇ ਨੇ ਆ ਕੇ ਗੁਰੂ ਅਰਜਨ ਦੇਵ ਦੇ ਕਤਲ ਦੀ ਖਬਰ ਬਾਦਸ਼ਾਹ ਨੂੰ ਦੱਸ ਦਿੱਤੀ, ਤੇ ਤੂੰ ਬਹੁਤ ਸਾਰੇ ਤਰ੍ਹਾਂ ਦੇ ਫਰੇਬ ਕਰਕੇ, ਛਲ ਕਰਕੇ, ਤੇ ਜਿਹੜੀ ਇਹ ਸਾਰੀ ਗੱਲਬਾਤ ਮਿਟਾ ਦਵੀਂ। ਕਤਲ ਮੈਂ ਉਹਨਾਂ ਨੂੰ ਖਤਮ ਕਰ ਦੇਵਾਂਗਾ, ਤੇ ਜਿਹੜੀ ਬਾਦਸ਼ਾਹ ਤੱਕ ਗੱਲ ਪਹੁੰਚਣ ਦੀ ਗੱਲ ਹੈ ਉਹ ਤੂੰ ਅੱਗੋਂ ਸੰਭਾਲ ਲਵੀਂ। ਬਾਦਸ਼ਾਹ ਕੋਲ ਗੱਲ ਪਹੁੰਚ ਵੀ ਗਈ ਤੇ ਤੂੰ ਇੱਧਰ ਉੱਧਰ ਛਲ ਫਰੇਬ ਕਰਕੇ ਗੱਲ ਨੂੰ ਗਈਆ ਹੀ ਕਰ ਦੇਵੀਂ ਕਿ ਬਾਦਸ਼ਾਹ ਕਿਸੇ ਤਰ੍ਹਾਂ ਮੇਰੇ ਤੇ ਨਾਰਾਜ਼ ਨਾ ਹੋਵੇ। ਆ ਜਿਹੜਾ ਕੰਮ ਹੈ ਨਾ, ਇਹ ਤੇਰੇ ਗੱਲ ਹੈ।
ਜਿਹੜਾ ਨੇ ਪਿੱਛੇ ਕਹਿ ਦਿੱਤਾ ਕਿ ਬਾਦਸ਼ਾਹ ਤੱਕ ਗੱਲ ਨਾ ਪਹੁੰਚੇ, ਪਤਾ ਵੀ ਲੱਗ ਜਾਵੇ ਤੇ ਛਲ ਫਰੇਬ ਕਰਕੇ ਤੂੰ ਬਾਦਸ਼ਾਹ ਦੇ ਤਾਈਂ ਗੱਲ ਨੂੰ ਗਈ ਆਈ ਕਰ ਦੇਵੀਂ, ਬਹੁਤਾ ਰੌਲਾ ਨਾ ਪਵੇ। ਸੋ ਇਹ ਗੱਲ ਜਿਹੜੀ ਇਹ ਤੇਰੇ ਗਾਲ ਤੇਰੇ ਸਿਰ ਹੈ, ਤੇ ਮਾਰਨ ਕਰ ਮੇਰੇ ਗੁਰੂ ਅਰਜਨ ਦੇਵ ਨੂੰ ਕਤਲ ਕਰਨਾ ਮਾਰਨਾ ਇਹ ਮੇਰੇ ਗੱਲ ਹੈ, ਇਹ ਮੇਰੇ ਤੇ ਰਹਿਣ ਦੇ। ਕਰੋ ਨਿਸੰਸੈ ਮਾਰਹੁ ਰਿਣ ਪੁੱਤਰ ਵਡੇਰੇ। ਤੇ ਮੈਂ ਜਾ ਕਰਕੇ ਨਾ ਨਿਸੰਸੇ ਬਿਨਾ ਝਿਜਕ ਹੋ ਕਰਕੇ ਗੁਰੂ ਅਰਜਨ ਦੇਵ ਨੂੰ ਮਾਰਾਂਗਾ। ਜਿਹੜਾ ਮੇਰੇ ਸਿਰ ਤੇ ਵੱਡਾ ਕਰਜ਼ਾ ਨਾ ਮੇਰੇ ਚਾਚੇ ਦੀ ਮੌਤ ਦਾ, ਉਹ ਕਰਜ਼ਾ ਸਾਰਾ ਵੱਡਾ ਉਤਰ ਜਾਏਗਾ। ਮਾਮ ਚਾਚੀ ਵਿਧਵਾ ਭਈ ਗਨ ਤਰਕ ਉਜਾੜਾ। ਮੇਰੀ ਚਾਚੀ ਵਿਧਵਾ ਹੋ ਗਈ ਹੈ, ਉਹ ਮੇਰੇ ਤਾਈਂ ਬਹੁਤ ਸਾਰੀਆਂ ਤਰਕਾਂ ਹੁਜਤਾਂ ਕਹਿੰਦੀ ਹੈ, ਤਾਨੇ ਮਾਰਦੀ ਹੈ। ਜਿਸ ਹੱਥ ਬੇਹਿਤ ਪਤ ਗਇਓ ਜਿਸ ਤੁਨਹਿ ਮਾਰੈ। ਉਹ ਕੀ ਕਹਿੰਦੀ ਹੈ, ਤਰਕਾਂ ਮਾਰਦੀ ਤਾਨੇ ਮਾਰਦੀ ਕਿ ਤੂੰ ਕਾਹਦਾ ਉਹਦਾ ਭਤੀਜਾ ਹੈ, ਜਿਸ ਨੂੰ ਮਾਰਨ ਵਾਸਤੇ ਮੇਰਾ ਪਤੀ ਗਿਆ ਸੀ। ਮੇਰਾ ਪਤੀ ਤਾਂ ਚੱਲ ਵਸਿਆ, ਤੂੰ ਨਾ ਮਾਰੇ ਤੇ ਤੂੰ ਉਸ ਦੇ ਤਾਈਂ ਕਿਉਂ ਨਹੀਂ ਮਾਰਨਾ ਕਰਦਾ, ਤੂੰ ਤਾਂ ਜਿਉਂਦਾ ਹੀ ਫਿਰਦਾ ਨਾ, ਤੂੰ ਹੀ ਚਾਚੇ ਦੀ ਮੌਤ ਦਾ ਬਦਲਾ ਲੈ ਲੈ। ਸੋ ਇਸ ਤਰ੍ਹਾਂ ਕਹਿੰਦੇ ਹੋ ਮੇਰੀ ਚਾਚੀ ਮੈਨੂੰ ਤਾਨੇ ਮਿਹਣੇ ਦਿੰਦੀ ਹੈ। ਲਾਜ ਨਹੀਂ ਕਿਸ ਕਾਜ ਕੀ ਰਿਪ ਸੁਖੀ ਰਹੰਤਾ। ਸੋ ਲਾਜ ਨਹੀਂ, ਲਾਜ ਹੁੰਦੀ ਸ਼ਰਮ, ਕਿਸੇ ਕੰਮ ਦੀ ਸ਼ਰਮ ਨਹੀਂ ਹੈ। ਰਿਪ ਸੁਖੀ ਰਹੰਤਾ, ਤੇ ਸਾਡਾ ਦੁਸ਼ਮਣ ਜਿਹੜਾ ਨਾ ਉਹ ਸੁਖੀ ਸੁੱਖ ਨਾਲ ਰਹਿ ਰਿਹਾ ਹੈ। ਇਹ ਚਾਚੀ ਕਹਿੰਦੀ ਹੈ ਕਿ ਤੈਨੂੰ ਸ਼ਰਮ ਹਯਾ ਹੀ ਨਹੀਂ ਹੈਗੀ ਕੋਈ, ਤੂੰ ਚਾਚੇ ਦਾ ਭਤੀਜਾ ਹੈ ਸਕਾ, ਤੇ ਚਾਚੇ ਦੀ ਮੌਤ ਦਾ ਬਦਲਾ ਹੀ ਨਹੀਂ ਲੈ ਸਕਿਆ। ਦੁਸ਼ਮਣ ਸੁੱਖ ਦੇ ਨਾਲ ਰਹਿੰਦਾ ਹੈ। ਵਲ ਛਲ ਕਰ ਜਾਦੂ ਅਤਿਕ ਧਸ ਪਾਵਕ ਹੰਤਾ। ਤੇ ਗੁਰੂ ਨੇ ਬਾਲ ਛਲ ਕਰਕੇ ਜਾਦੂ ਕਰਕੇ ਨਾ ਮੰਤਰ ਪੜ੍ਹ ਕੇ ਉਹਨਾਂ ਨੇ ਅੱਗ ਦੇ ਚ ਧਸਾ ਕਰਕੇ ਤੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਤਨ ਬਣਿਓ ਨੇ ਮੋਹਿ ਤੇ ਚਿਤਵਤ ਚਿਤ ਜਿਤਾ। ਇਹੋ ਜਿਹੇ ਤਾਨੇ ਮੈਨੇ ਤਰਕਾਂ ਕੁਤਰਕਾਂ ਚਾਚੀ ਮੇਰੀ ਮੈਨੂੰ ਦਿੰਦੀ ਰਹੀ, ਪਰ ਮੇਰੇ ਕੋਲੋਂ ਕੋਈ ਯਤਨ ਨਹੀਂ ਬਣਿਆ। ਚਿਤਵਤ ਚਿਤ ਨੀਤਾ, ਆਪਣੇ ਚਿੱਤ ਵਿੱਚ ਨਿਤਾਂ ਪ੍ਰਤੀ ਇਹਨਾਂ ਗੱਲਾਂ ਨੂੰ ਚਿਤਵਦਾ ਸੋਚਦਾ ਵਿਚਾਰਦਾ ਰਹਿੰਦਾ ਹਾਂ ਕਿ ਜੋ ਚਾਚੀ ਕਹਿੰਦੀ ਉਹ ਕੰਮ ਹੋ ਜਾਏ, ਪਰ ਅਜੇ ਤੱਕ ਕੋਈ ਯਤਨ ਉਪਾਅ ਮੇਰੇ ਕੋਲੋਂ ਨਹੀਂ ਬਣ ਸਕਿਆ। ਸਮਝਿਓ ਆਜ ਪ੍ਰਸੰਗ ਕੋ ਆਇਓ ਧਰ ਪ੍ਰੀਤਾ। ਮੈਂ ਅੱਜ ਸਾਰਾ ਇਹ ਪ੍ਰਸੰਗ ਸਮਝਿਆ ਹੈ। ਤੁਸੀਂ ਦੋਵੇਂ ਜਦੋਂ ਗੱਲਾਂ ਬਾਤਾਂ ਕਰਦੇ ਸੀ, ਬਿਰਤਾਂਤ ਵਿਚਾਰਦੇ ਸੀ, ਉਦੋਂ ਮੈਨੂੰ ਗੱਲ ਸਮਝ ਆਈ, ਤੇ ਹੁਣ ਰਾਤ ਦੇ ਹਨੇਰੇ ਵਿੱਚ ਮੈਂ ਤੇਰੇ ਨਾਲ ਪ੍ਰੀਤਾ ਪ੍ਰੇਮ ਧਾਰ ਕੇ ਤੇਰੇ ਕੋਲ ਆਇਆ ਹਾਂ। ਮਨ ਚੰਦੋ ਹਰ ਕਿਉ ਹਿਰਦੈ ਜੇ ਇਮ ਕਰ ਆਵੇ। ਸੁਣ ਕਰਕੇ ਚੰਦੂ ਮਨ 'ਚ ਬੜਾ ਖੁਸ਼ ਹੋਇਆ ਕਿ ਜੇਕਰ ਇਸ ਤਰ੍ਹਾਂ ਇਹ ਜਾ ਕਰਕੇ ਇਹ ਕੰਮ ਕਰ ਆਵੇ। ਸਦਾ ਆਫਰੀ ਤੋਹੇ ਕੋ ਸਭ ਕਸ਼ਟ ਮਿਟਾਵੇ। ਤੇ ਆਖਣ ਲੱਗਾ ਤੂੰ ਉਸ ਸੁਲੀ ਖਾਨ ਦਾ ਭਤੀਜਾ ਹੈ, ਤੇ ਜੇਕਰ ਤੂੰ ਜਾ ਕੇ ਕੰਮ ਕਰ ਆਵੇਂ ਨਾ, ਸਦਾ ਆਫਰੀ ਤੋਹੇ ਕੋ। ਆਫਰੀ ਫਾਰਸੀ ਵਿੱਚ ਆਫਰੀਨ ਤੋਂ ਬਣਿਆ ਸ਼ਬਦ ਹੈ। ਆਫਰੀਨ ਹੁੰਦਾ ਸ਼ਾਬਾਸ਼ ਤੇਰੇ, ਸ਼ਾਬਾਸ਼ ਤੇਰੇ। ਇਸ ਤਰ੍ਹਾਂ ਕਹਿੰਦੇ ਚੰਦੂ ਨੇ ਅੱਗੋਂ ਆਖਿਆ, ਸਦਾ ਆਫਰੀ ਤੋਹੇ ਕੋ ਸਭ ਕਸ਼ਟ ਮਿਟਾਵੇਂ। ਤੇਰੇ ਵਾਸਤੇ ਫਿਰ ਸਦਾ ਸ਼ਾਬਾਸ਼ ਹੋਵੇਗੀ ਜੇਕਰ ਸਾਰੇ ਕਸ਼ਟ ਝਗੜੇ ਤੂੰ ਮਿਟਾ ਦੇਵੇ। ਰਾਤ ਸਮੀਪੇ ਰਹੋ ਤੁਮ ਜਬ ਅਵਸਰ ਪਾਵੋ। ਤੇ ਰਾਤ ਨਾ ਮੇਰੇ ਸਮੀਪੀ ਨਜ਼ਦੀਕੀ ਰਵੀ, ਨੇੜੇ ਰਵੀ, ਜਦੋਂ ਮੈਂ ਅਵਸਰ ਮੌਕਾ ਪਾਵਾਂਗਾ, ਸਮਾਂ ਪਾਵਾਂਗਾ। ਆਜ ਸਮਾਨ ਮਿਲਾਪ ਹੋਏ ਕਰ ਸ਼ਾਰ ਜਾਮੋ। ਅੱਜ ਦੀ ਤਰ੍ਹਾਂ ਅੱਜ ਦੇ ਸਮਾਨ ਜਿਵੇਂ ਮੇਰਾ ਮਿਲਾਪ ਅੱਜ ਹੋਇਆ ਨਾ ਬਾਦਸ਼ਾਹ ਨਾਲ, ਇਸੇ ਤਰ੍ਹਾਂ ਫੇਰ ਜਦੋਂ ਮਿਲਾਪ ਹੋਇਆ ਤੇ ਬਾਦਸ਼ਾਹ ਨੂੰ ਕਹਿ ਕਰਕੇ ਰਿਝਾਵਾਂ ਪ੍ਰਸੰਨ ਖੁਸ਼ ਕਰਾਂਗਾ। ਤਬੇ ਪ੍ਰਸੰਗ ਜਲਾਇਓ
ਤਸ ਕਰਨ ਵਡੇਰਾ। ਤੇ ਤਦੋਂ ਮੈਂ ਜਿਹੜਾ ਇਹ ਚੋਰਾਂ ਦੇ ਚੋਰੀ ਕਰਨ ਦਾ ਪ੍ਰਸੰਗ ਨਾ ਅਣਹੋਈ ਗੱਲ ਹੀ, ਅਣਹੋਈਆਂ ਗੱਲਾਂ ਬਣਾਉਣ ਵਾਲੀ ਜਿਹੜੀ ਇਹ ਜੁਗਤ ਹੈ ਨਾ, ਇਹ ਚੋਰਾਂ ਦਾ ਪ੍ਰਸੰਗ ਜਿਹੜਾ ਹੈ ਤਦੋਂ ਮੈਂ ਸਾਰਾ ਚਲਾਉਣਾ ਕਰਾਂਗਾ। ਬਾਦਸ਼ਾਹ ਨੂੰ ਮੈਂ ਫਿਰ ਕਹਿ ਕਰਕੇ ਚੋਰਾਂ ਵਾਲੀ ਕਹਾਣੀ ਜਿਹੜੀ ਬਣਾਈ ਉਹ ਦੱਸਾਂਗਾ। ਕਰੋ ਉਗਾਹੀ ਮਦਦ ਕੋ ਪਾਟਿਓ ਕਹੋ ਡੇਰਾ। ਤੇ ਤੂੰ ਇਸ ਤਰ੍ਹਾਂ ਕਰੀ, ਜਦੋਂ ਮੈਂ ਗੱਲ ਕਹਿ ਰਿਹਾ ਹੋਵਾਂ ਨਾ ਚੋਰਾਂ ਵਾਲੀ, ਤੂੰ ਉਗਾਹੀ ਦੇ ਕੇ ਮੇਰੀ ਮਦਦ ਕਰੀ। ਤੇ ਲਾਗੋਂ ਖਲੋਤਾ ਕੀ ਆਖੀ, ਪਾਟਿਓ ਕਹੋ ਡੇਰਾ, ਕਹਿ ਦਵੀਂ ਬਾਦਸ਼ਾਹ ਸਲਾਮਤ। ਜੋ ਇਹ ਚੰਦੂ ਕਹਿ ਰਿਹਾ ਨਾ ਤੁਹਾਡਾ ਦੀਵਾਨ, ਇਹ ਬਿਲਕੁਲ ਸੱਚ ਜੇ। ਡੇਰਾ ਜੋ ਤੰਬੂ ਲਾਇਆ ਸੀ ਨਾ, ਡੇਰਾ ਲਾ ਕੇ ਉਹ ਤੰਬੂ ਵਾਕਿਆ ਹੀ ਪਾਟਿਆ ਹੋਇਆ ਸੀ। ਉਹ ਚੋਰ ਤੰਬੂ ਪਾੜ ਗਏ ਸਨ। ਇਹ ਗੱਲ ਦੀ ਤੂੰ ਗਵਾਹੀ ਲਾਗੋਂ ਦੇ ਦੇਵੇ। ਸੋ ਭੇਜਿਓ ਚਹਿਤ ਹੈ ਸਮਝਾਵਨ ਹੇਤੂ। ਤੇ ਬਾਦਸ਼ਾਹ ਨਾ ਚਾਹੁੰਦਾ ਹੈ ਕਿਸੇ ਨੂੰ ਭੇਜ ਕਰਕੇ ਗੁਰੂ ਅਰਜਨ ਦੇਵ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਚੋਰ ਆਪਣੇ ਕੋਲ ਨਾ ਰੱਖਣ। ਤੇ ਇਸ ਤਰ੍ਹਾਂ ਉਹਨਾਂ ਉਸ ਬਾਦਸ਼ਾਹ ਦਾ ਮਨ ਦਾ ਇਹ ਵਿਚਾਰ ਹੈ। ਜਾਂ ਫਿਰ ਬਾਦਸ਼ਾਹ ਗੁਰੂ ਅਰਜਨ ਦੇਵ ਨੂੰ ਆਪਣੇ ਕੋਲ ਹਕਾਰਨ ਸੱਦਣ ਵਾਸਤੇ ਕਿਸੇ ਨੂੰ ਉਹਨਾਂ ਦੇ ਨਕੇਤੂ ਘਰ ਘੱਲੇਗਾ। ਮੈਂ ਤਬ ਤੇਰੇ ਨਾਮ ਦੇ ਹਾਂ ਸਮਝਾਈ। ਤੇ ਜਦੋਂ ਬਾਦਸ਼ਾਹ ਇਹ ਸਾਰਾ ਕੰਮ ਕਰਨ ਵਾਸਤੇ ਤਿਆਰ ਹੋਇਆ ਨਾ, ਜਾਂ ਤਾਂ ਕੋਈ ਉਹਨੇ ਆਪਣਾ ਅਹਿਲਕਾਰ ਭੇਜਣਾ ਚਾਹਿਆ, ਜਾਂ ਕੋਈ ਜਰਨੈਲ ਘੱਲਣਾ ਚਾਹਿਆ ਕਿ ਜਾ ਕੇ ਗੁਰੂ ਅਰਜਨ ਦੇਵ ਨੂੰ ਲਿਆਂਦਾ ਜਾਵੇ, ਉਦੋਂ ਮੈਂ ਲਾਗੋਂ ਤੇਰਾ ਨਾਂ ਲਵਾਂਗਾ। ਮੈਂ ਤਬ ਤੇਰੋ ਨਾਮ ਲੈ ਦੈ ਹਉ ਸਮਝਾਈ। ਤਦੋਂ ਫਿਰ ਤੇਰਾ ਨਾਮ ਲੈ ਕਰਕੇ ਮੈਂ ਬਾਦਸ਼ਾਹ ਨੂੰ ਸਾਰੀ ਗੱਲ ਸਮਝਾ ਦੇਵਾਂਗਾ। ਹਜ਼ਰਤ ਜੀ ਸੁਨਬੀ ਪਠੋ ਸੁਧ ਲੈ ਜਾਈ। ਹੇ ਬਾਦਸ਼ਾਹ, ਤੁਸੀਂ ਸਲੱਬੀ ਖਾਨ ਨੂੰ ਘੱਲ ਦਵੋ, ਉਹ ਜਾ ਕਰਕੇ ਸਾਰੀ ਸੁਧ ਖਬਰਸਾਰ ਲੈ ਆਉਂਦਾ ਹੈ। ਸਾਜ ਕਿਦੋਂ ਹੋਏ ਪੂਰੇ ਤੇ ਕੋ ਸਮਝਾਵੇ। ਇਹ ਗੱਲ ਸੱਚ ਹੋਵੇ ਜਾਂ ਝੂਠ ਹੋਵੇ ਤੇ ਜਾ ਕੇ ਸੁਲੱਬੀ ਖਾਂ ਸਾਡੀ ਤਰਫੋਂ ਗੁਰੂ ਅਰਜਨ ਦੇਵ ਨੂੰ ਸਮਝਾਉਣਾ ਕਰੇ। ਜਾਏ ਸੁਦਾ ਸਰ ਕਿਤੇ ਤੇ ਨਰਪੁਰ ਕੋ ਆਵੇ। ਇੱਥੋਂ ਇਹ ਸਿੱਧਾ ਹੀ ਸੁਦਾਸਰ ਅੰਮ੍ਰਿਤਸਰ ਨੂੰ ਚਲਿਆ ਜਾਵੇ ਤੇ ਉਧਰੋਂ ਅੰਮ੍ਰਿਤਸਰ ਹੋ ਕੇ ਫਿਰ ਲਾਹੌਰ ਨੂੰ ਵਾਪਸ ਆ ਜਾਵੇ। ਕਹਿਓ ਸੁਣੇ ਮੇਰੋ ਜਪੈ ਆਇਸ ਤਬ ਦਹਿ। ਤੇ ਜਦੋਂ ਬਾਦਸ਼ਾਹ ਨੇ ਮੇਰਾ ਕਿਹਾ ਹੋਇਆ ਵਿਚਾਰ ਸੁਣਿਆ, ਜੋ ਮੈਂ ਗੱਲ ਕਹਿਣੀ ਹੈ, ਜ਼ਰੂਰ ਬਾਦਸ਼ਾਹ ਫਿਰ ਐਸ ਤਬ ਦਹਿ, ਐਸ ਹੁੰਦੀ ਆਗਿਆ, ਬਾਦਸ਼ਾਹ ਜ਼ਰੂਰ ਆਗਿਆ ਦੇ ਦਵੇਗਾ। ਕਰੋ ਜਾਏ ਮਨ ਭਾਵਤੀ ਨਹਿ ਜੀਅਤ ਰਹੇ ਹੈ। ਤੇ ਸਲੱਬੀ ਖਾਨਾ ਫਿਰ ਤੂੰ ਅੰਮ੍ਰਿਤਸਰ ਜਾ ਕੇ ਮਨ ਭਾਉਂਦੀ ਗੱਲ ਕਰ ਲਵੇਂ। ਗੁਰੂ ਅਰਜਨ ਦੇਵ ਜਿਵੇਂ ਜਿਉਂਦਾ ਨਾ ਰਹਿ ਸਕੇ, ਇਸ ਤਰ੍ਹਾਂ ਦਾ ਕੋਈ ਢੰਗ ਤਰੀਕਾ ਵਰਤੇ। ਹਮ ਸਮੀਪੀ ਸ਼ਾਹੋ ਕੇ ਜੋ ਬਨ ਜਹਾਨਾ। ਤੇ ਅਸੀਂ ਬਾਦਸ਼ਾਹ ਦੇ ਬੜੇ ਸਮੀਪੀ ਨਜ਼ਦੀਕੀ ਹਾਂ। ਹਮ ਦਾ ਅਰਥ ਹੈ ਮੈਂ ਬਾਦਸ਼ਾਹ ਦਾ ਬੜਾ ਸਮੀਪੀ ਨਿਕਟ ਵਰਤੀ ਹਾਂ। ਜੋ ਪਨੇ ਜਹਾਨਾ, ਜਿਹੜਾ ਬਾਦਸ਼ਾਹ ਜਹਾਨ ਦੀ ਪਨਾਹ ਹੁੰਦਾ, ਆਸਰਾ, ਸਾਰੇ ਜਹਾਨ ਦੀ ਪਨਾਹ ਆਸਰਾ ਰੂਪ ਹੈ। ਮੈਂ ਉਸ ਬਾਦਸ਼ਾਹ ਦਾ ਬੜਾ ਖਾਸ ਨੇੜੇ ਰਹਿਣ ਵਾਲਾ ਹਾਂ। ਸ਼ਤਰੂ ਜੇ ਸਤੈ ਨਹਿ ਧਿਕ ਜੀਵਨ ਮਾਨਾ। ਇਹੋ ਜਿਹਾ ਸਾਡਾ ਸ਼ਤਰੂ ਦੁਸ਼ਮਨ ਗੁਰੂ ਅਰਜਨ ਦੇਵ ਜੇਕਰ ਸਾਡੇ ਕੋਲੋਂ ਸਾਧਿਆ ਨਾ ਗਿਆ, ਫਿਰ ਸਾਡੇ ਜੀਵਨ ਨੂੰ ਲਾਹਨਤ ਹੈ। ਤੇ ਇੱਕ ਜੀਵਨ ਮਾਨਾ ਮੈਂ ਮੰਨਦਾ ਹਾਂ ਕਿ ਸਾਡਾ ਜਿਉਣਾ ਜਿਹੜਾ ਹੈ ਉਹ ਫਟਕਾਰਯੋਗ ਤ੍ਰਿਗਾਕਾਰ ਹੈ। ਅੱਜ ਕੇ ਬਸ ਜਿਮ ਸਸਾ ਹੋਏ ਸੋ ਮਰੇ ਨਾ ਮਾਰਾ। ਉਦਾਹਰਨ ਜੀ ਦੇ ਕੇ, ਦ੍ਰਿਸ਼ਟਾਂਤ ਦੇ ਕੇ ਆਪਣੀ ਗੱਲ ਕਰਨ ਲੱਗਾ, ਕਹਿਣ ਲੱਗਾ ਗੱਜ ਹੁੰਦਾ ਹਾਥੀ, ਹਾਥੀ ਦੇ ਵਾਸ ਵਿੱਚ ਜਿਵੇਂ ਸਸਾ ਹੁੰਦਾ ਸਹਿਆ, ਹਾਥੀ ਦੇ ਵਾਸ ਵਿੱਚ ਜਿਵੇਂ ਸਹਿਆ ਪਿਆ ਹੋਵੇ, ਉਹ ਹਾਥੀ ਕੋਲੋਂ ਮਾਰਿਆ ਹੀ ਨਾ ਜਾਵੇ ਤੇ ਹਾਥੀ ਉਸ ਸਹਿ ਨੂੰ ਮਾਰ ਨਾ ਸਕੇ।
ਉਸ ਹਾਥੀ ਦੇ ਓਜ ਹੁੰਦਾ ਬਲ, ਉਸ ਹਾਥੀ ਦੇ ਬਲ ਨੂੰ ਜ਼ੋਰ ਨੂੰ ਸਾਰਾ ਜੱਗ ਭਾਖੇ ਦਾ ਅਰਥ ਕਹੇਗਾ, ਸਾਰਾ ਤਿਰਕਾਰਾਂ ਕਹੇਗਾ, ਲਾਹਣਤਾਂ ਪਾਵੇਗਾ ਕਿ ਕਿੱਥੇ ਹਾਥੀ ਤੇ ਕਿੱਥੇ ਸਹਿਆ। ਸਹਿਆ ਹਾਥੀ ਦੇ ਵੱਸ ਵਿੱਚ ਸੀ ਤੇ ਫਿਰ ਵੀ ਹਾਥੀ ਸਹਿ ਨੂੰ ਮਾਰ ਨਹੀਂ ਸਕਿਆ। ਇੰਨਾ ਬਲ ਹੁੰਦਿਆਂ ਜੇਕਰ ਸਹਿਆ ਹਾਥੀ ਸਹਿ ਨੂੰ ਨਾ ਮਾਰ ਸਕੇ, ਫਿਰ ਹਾਥੀ ਨੂੰ ਸਾਰਿਆਂ ਨੇ ਲਾਹਣਤਾਂ ਹੀ ਪਾਉਣੀਆਂ ਨੇ, ਤਿਰਕਾਰਾਂ ਹੀ ਪਾਉਣੀਆਂ ਹਨ। ਤੇ ਇਹ ਨਿੰਦਕ ਆਖਣ ਲੱਗਾ ਗੁਰੂ ਅਰਜਨ ਦੇਵ ਮੇਰੇ ਸਾਹਮਣੇ ਤਾਂ ਕੀੜੀ ਦੀ ਨਿਆਈ ਹੈ, ਕੀੜੀ ਵਾਂਗ ਹੈ, ਪਰ ਮੇਰਾ ਕੋਈ ਵੀ ਉਹ ਡਰ ਭਉ ਤਰਾਸਾ ਭੈ ਨਹੀਂ ਮੰਨਦਾ। ਤੇ ਉਹ ਕਿਹਦੇ ਪ੍ਰਵਾਸੇ ਕਿਹਦੇ ਆਸਰੇ ਇੰਨਾ ਹੰਕਾਰ ਕਰਦਾ ਹੈ, ਕਹਾਂ ਕਰੇ ਕਾਹਦੇ ਵਾਸਤੇ ਕਹਿੰਦੇ ਹੰਕਾਰ ਕਰਦਾ, ਕਿਸ ਨੂੰ ਉਹਦਾ ਭਰੋਸਾ ਆਸਰਾ ਹੈ। ਤੇ ਮੈਨੂੰ ਉਹਨਾਂ ਨੇ ਕਲੰਕਤ ਕਰ ਦਿੱਤਾ, ਸਾਰਾ ਜੱਗ ਸੰਸਾਰ ਹੁਣ ਮੈਨੂੰ ਨਿੰਦਦਾ ਹੈ, ਮੈਨੂੰ ਬੁਰਾ ਆਖਦਾ ਹੈ। ਤੇ ਸਾਡੇ ਘਰ ਵਿੱਚ ਮੇਰੀ ਧੀ ਕੁਆਰੀ ਬੈਠੀ ਹੈ, ਉਹਨੂੰ ਵੇਖ ਕਰਕੇ ਜਿਹੜਾ ਮੇਰਾ ਕੁਟੁੰਬ ਕਬੀਲਾ ਉਹ ਸਾਰਾ ਦੁਖੀ ਹੈ, ਦੁਖੀ ਹੋਇਆ ਹੈ। ਤੇ ਬਿਨਾਂ ਹਣੇ ਬਿਨਾਂ ਗੁਰੂ ਅਰਜਨ ਦੇਵ ਨੂੰ ਕਤਲ ਕਰਨ ਤੋਂ ਮਾਰਨ ਤੋਂ ਮੇਰੇ ਮਨ ਨੂੰ ਚੈਨ ਨਹੀਂ ਆਉਣਾ। ਇਸ ਤਰ੍ਹਾਂ ਦੁਸ਼ਟ ਚੰਦੂ ਨੇ ਆਪਣੇ ਮੂੰਹ ਤੋਂ ਬੈਨ ਹੁੰਦੇ ਬੋਲ ਉਚਾਰਨਾ ਕੀਤੇ, ਵਾਕ ਆਖੇ ਆਪਨੇ ਸਮੇਂ ਸਮ ਪਰਕਾਰ ਸਕਾਰੇ। ਕਹਿਣ ਲੱਗਾ ਹੁਣ ਕੀ ਕਰਕੇ, ਹੁਣ ਤਾਂ ਰਾਤ ਪੈ ਗਈ ਹੈ, ਰਾਤ ਦੇ ਸਮੇਂ ਸ਼ਰਮ ਪਰ ਹਰੋ, ਤੁਸੀਂ ਵੀ ਆਰਾਮ ਕਰੋ, ਲੇਟੋ ਜਾ ਕੇ। ਤੇ ਜਿਹੜਾ ਥਕੇਵਾਂ ਸ਼ਰਮ ਹੁੰਦੀ ਥਕਾਵਟ, ਰਸਤੇ ਦੀ ਜਿਹੜੀ ਥਕਾਵਟ ਥਕੇਵਾਂ ਇਹਨੂੰ ਦੂਰ ਕਰੋ। ਕਰ ਕਾਰ ਸਕਾਰੇ, ਸਕਾਰਾ ਹੁੰਦਾ ਅੰਮ੍ਰਿਤ ਵੇਲਾ ਸਵੇਰੇ, ਕੱਲ ਸਵੇਰ ਹੁੰਦਿਆਂ ਸਾਰ ਇਹ ਸਾਰਾ ਕੰਮ ਤੂੰ ਕਰੇ। ਇਹ ਦੋਵੇਂ ਬੜੇ ਵੱਡੇ ਦੁਸ਼ਟ ਸਨ। ਭਾਈ ਸੰਤੋਖ ਸਿੰਘ ਕਹਿੰਦੇ ਨਾ ਦੋਵਾਂ ਵੱਡੇ ਦੁਸ਼ਟਾਂ ਨੇ ਨਾ ਮਿਲ ਕੇ ਇਮ ਮਸਲਤ ਹੁੰਦੀ ਸਲਾਹ ਠਾਨੀ ਕਹੀਏ ਕੀਤੀ। ਇਹਨਾਂ ਦੋਵਾਂ ਦੁਸ਼ਟਾਂ ਨੇ ਮਿਲ ਕਰਕੇ ਇਹ ਸਲਾਹ ਕਰ ਲਈ, ਇਹ ਪੱਕੀ ਪਕਾ ਲਈ। ਆਪਣੇ ਆਪਣੇ ਥਾਨ ਵਿੱਚ ਸੁਖ ਤੇ ਸੁਖ ਮਾਨੀ, ਆਪਣੇ ਆਪਣੇ ਥਾਵਾਂ ਤੇ ਰਾਤ ਦੇ ਸਮੇਂ ਸੁਖ ਮੰਨ ਕੇ ਸੁੱਤੇ ਬਿਰਾਜਮਾਨ ਹੋ ਗਏ। ਭਾਈ ਬਰਾਤ ਤਬ ਪੂਜ ਕੇ ਧੰਸੇ ਤੁਮ ਘਾਏ। ਜਦੋਂ ਅਗਲੀ ਪ੍ਰਾਂਤ ਸਵੇਰ ਹੋਈ ਤਾਂ ਚਾਲਾ ਪਾਉਣ ਵਾਸਤੇ ਧੌਂਸਿਆਂ ਦੇ ਉੱਪਰ ਚੋਟਾਂ ਪੈ ਗਈਆਂ, ਆਵਾਜ਼ ਹੋਈ। ਸੁਣ ਕਰ ਸਗਰੀ ਬਾਹਨੀ ਤੋਰਨ ਭਈ ਤਿਆਰੇ। ਜਿੰਨੀ ਬਾਣੇ ਕਹਿੰਦੇ ਫੌਜ ਨੂੰ, ਜਿੰਨੀ ਸਾਰੀ ਸੈਨਾ ਸੀ ਨਾ, ਫਿਰ ਅੱਗੇ ਚਾਲਾ ਪਾਉਣ ਵਾਸਤੇ ਤਿਆਰ ਹੋ ਪਈ। ਪੰਥ ਬਹੀਰ ਗਨ ਲਗਪੁਰ ਕੇ ਰਾਹੋ। ਇਹ ਜਿਹੜਾ ਸਾਰਾ ਵਹੀਰ ਸੀ ਨਾ, ਬਾਦਸ਼ਾਹ ਦੀ ਸੈਨਾ ਜਿੰਨੀ ਇਕੱਠੀ ਹੋ ਕੇ, ਜਦੋਂ ਜ਼ਿਆਦਾ ਇਕੱਠੇ ਹੋ ਕੇ ਤੁਰਨ ਨੂੰ ਵਹੀਰ ਕਹਿੰਦੇ ਨੇ। ਇਹ ਸਾਰਾ ਵਹੀਰ ਜਿਹੜਾ ਬਾਦਸ਼ਾਹ ਦੀ ਸੈਨਾ ਫੌਜ ਨਾਲ ਲਾਓ ਲਸ਼ਕਰ ਅਹਿਲਕਾਰ ਜਿੰਨੇ ਸਾਰੇ ਸਨ, ਇਹ ਸਾਰੇ ਲਾਹੌਰ ਦੇ ਰਾਹ 'ਤੇ ਤੁਰ ਪਏ। ਲਵਪੁਰ ਕੇ ਰਾਹੋ, ਜਿਹੜਾ ਲਾਹੌਰ ਨੂੰ ਰਸਤਾ ਜਾਂਦਾ ਸੀ, ਉਸ ਰਾਹ 'ਤੇ ਚੱਲ ਪਏ। ਚੱਲ ਚੰਦੋ ਪਹੁੰਚਿਓ ਨਿਕਟ, ਜਹ ਬੈਠਿਓ ਸ਼ਾਹੋ। ਉਸੇ ਸਮੇਂ ਹੀ ਦੁਸ਼ਟ ਚੰਦੂ ਚੱਲ ਕੇ ਨਿਕਟ ਪਹੁੰਚਾ, ਨੇੜੇ ਜਾ ਪਹੁੰਚਾ ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਸੀ। ਹਜ਼ਰਤ ਸੁਖ ਹੈ ਲਾਤ ਕੋ ਹਮ ਦੇਹੋ ਬਤਾਈ। ਇਹਨੇ ਫਿਰ ਮੌਕਾ ਤਾਕ ਕੇ ਆਖਿਆ ਕਿ ਬਾਦਸ਼ਾਹ ਤੁਹਾਡੀ ਲੱਤ ਨੂੰ ਸੁੱਖ ਹੈ, ਤੁਹਾਡੀ ਲੱਤ ਠੀਕ ਹੈ। ਹਮ ਦੇਹੋ ਬਤਾਈ, ਮੈਨੂੰ ਦੱਸੋ, ਮੈਂ ਤੁਹਾਡੀ ਲੱਤ ਦੀ ਖਬਰ ਸਾਰ ਲੈਣ ਵਾਸਤੇ ਆਇਆ, ਕਿਉਂਕਿ ਤੁਸੀਂ ਘੋੜੇ ਤੋਂ ਜੋ ਡਿੱਗ ਪਏ ਸੀ, ਸੱਟ ਲੱਗ ਗਈ ਸੀ ਤੁਹਾਡੇ, ਇਸ ਵਾਸਤੇ ਕਿ ਤੁਹਾਡੀ ਲੱਤ ਨੂੰ ਸੁੱਖ ਆਰਾਮ ਹੈ। ਚਿਤਵਤ ਪੀਰਾ ਆਪ ਕੀ ਮੋਹਿ ਨੀਂਦ ਨ ਆਈ। ਤੇ ਬੜਾ ਸਨੇਹ ਜਨਾਉਣ ਲੱਗਾ, ਧੋਖੇਬਾਜ਼ ਛਲੀਆ। ਇਹ ਦੁਸ਼ਟ ਸੁਭਾਅ ਵਾਲਾ ਜਿਹੜਾ ਚੰਦੂ ਸੀ ਨਾ,
ਭਾਈ ਸਾਹਿਬ ਕਹਿੰਦੇ ਨੇ ਬੜਾ ਸਨੇਹ ਜਿਹਾ ਜਨਾਉਂਦਿਆਂ ਹੋਇਆਂ ਬਾਦਸ਼ਾਹ ਨੂੰ ਆਖਿਆ ਕਿ ਮੈਨੂੰ ਤਾਂ ਸਾਰੀ ਰਾਤ ਤੁਹਾਡੀ ਲੱਤ ਬਾਰੇ ਚਿਤਵਤ ਸੋਚਦਿਆਂ ਨੀਂਦ ਹੀ ਨਹੀਂ ਆਈ। ਭਾਵੇਂ ਸਾਰੀ ਰਾਤ ਘਰਾੜੇ ਮਾਰੇ ਹੋਣ। ਕਹਿਣ ਲੱਗਾ ਬਾਦਸ਼ਾਹ ਤੁਹਾਡੀ ਲੱਤ ਦੀ ਪੀੜ ਨੇ ਮੈਨੂੰ ਨਹੀਂ ਜੇ ਸੌਣ ਦਿੱਤਾ। ਜੇਕਰ ਉਹ ਤੁਹਾਡੇ ਜਨਮ ਵਾਲੀ ਕਿਤਾਬ ਹੁੰਦੀ ਨਾ ਜਿਹੜੀ ਉਹ ਚੋਰ ਚੋਰੀ ਕਰਕੇ ਲੈ ਗਏ ਨੇ, ਤੇ ਮੈਂ ਉਹ ਸਾਰਾ ਜਾਣ ਲੈਂਦਾ ਕਿ ਤੁਹਾਨੂੰ ਇਹ ਸੰਕਟ ਇਹ ਦੁੱਖ ਕਿਉਂ ਹੋਇਆ, ਤੁਹਾਡੇ ਸੱਟ ਕਿਉਂ ਲੱਗੀ ਹੈ। ਸੋ ਦਸ ਕਰ ਹਰ ਲੈ ਗਏ ਕੁਛ ਜਾਏ ਨਾ ਜੋਆ। ਉਹ ਕਿਤਾਬ ਤਾਂ ਬੜੀ ਕੀਮਤੀ ਸੀ ਸਾਡੀ ਤੁਹਾਡੀ ਜਨਮ ਕੁੰਡਲੀ ਵਾਲੀ, ਉਹ ਤਾਂ ਚੋਰ ਚੋਰੀ ਕਰਕੇ ਲੈ ਗਏ ਤੇ ਕੁਛ ਜਾਏ ਨਾ ਜੋਆ। ਸੋ ਕੁਛ ਹੁਣ ਅੱਗੇ ਵੇਖਿਆ ਨਹੀਂ ਜਾ ਸਕਦਾ ਤੁਹਾਡੇ ਭਵਿੱਖ ਬਾਰੇ ਕਿ ਇਹ ਐਸਾ ਕਿਉਂ ਹੋ ਰਿਹਾ ਹੈ। ਇਸ ਵਾਸਤੇ ਹੁਣ ਨਹੀਂ ਕੁਛ ਵੇਖ ਸਕਦੇ। ਹੁਣ ਅਸੀਂ ਨਜੂਮੀਆਂ ਕੋਈ ਸੱਦ ਵੀ ਲਿਆ ਨਾ, ਕਿਸੇ ਜੋਰਸ਼ੀ ਨੂੰ ਬੁਲਾ ਵੀ ਲਿਆ, ਜਦੋਂ ਕਿਤਾਬ ਹੀ ਸਾਡੇ ਕੋਲ ਜਨਮ ਪੱਤਰੀ ਨਹੀਂ ਕੋਲ ਤੇ ਉਹ ਕੀ ਦੱਸੇਗਾ। ਇਸ ਵਾਸਤੇ ਉਹ ਕੀ ਆ ਕੇ ਸਾਨੂੰ ਤੁਹਾਡਾ ਭਵਿੱਖ ਸੁਣਾਏਗਾ। ਸ਼ਾਸਤਰਹੀਨ ਜਿਵੇਂ ਸੂਰਮਾ ਕਿਆ ਦੇ ਜਵਾਬਾ। ਜਿਵੇਂ ਸ਼ਾਸਤਰ ਤੋਂ ਹੀਣਾ ਸਖਣਾ ਸੂਰਮਾ ਆਪਣੇ ਵਿਰੋਧੀ ਨੂੰ ਕੀ ਜਵਾਬ ਦੇ ਸਕਦਾ, ਜਿਹਦੇ ਕੋਲ ਸ਼ਾਸਤਰ ਹੀ ਨਹੀਂ ਉਹ ਕਿਵੇਂ ਲੜ ਸਕਦਾ। ਇਸੇ ਤਰ੍ਹਾਂ ਹੀ ਜਿਹਦੇ ਕੋਲ ਕੋਈ ਵਿਦਿਆ ਵਾਲੀ ਕਿਤਾਬ ਹੀ ਨਹੀਂ ਹੈਗੀ, ਜਨਮ ਕੁੰਡਲੀ ਨਹੀਂ ਹੈਗੀ, ਉਹ ਕਿਵੇਂ ਦੱਸ ਸਕਦਾ ਤੁਹਾਡਾ ਭਵਿੱਖ। ਜਹਾਂਗੀਰ ਸੁਣ ਕੇ ਭਲਿਓ ਅਬ ਸੰਕਟ ਨਹੀਂ। ਜਹਾਂਗੀਰ ਸੁਣ ਕੇ ਆਖਣ ਲੱਗਾ ਚੰਦੂ ਹੁਣ ਮੈਨੂੰ ਕੋਈ ਸੰਕਟ ਦੁੱਖ ਨਹੀਂ ਹੈ, ਹੁਣ ਮੇਰੀ ਲੱਤ ਦਰਦ ਨਹੀਂ ਕਰਦੀ। ਪਰ ਤਦੋਂ ਵੀ ਜਿਹੜੀ ਕਿਤਾਬ ਹੈ ਨਾ ਉਸ ਨੂੰ ਖੁਜਾਈਏ ਦਰਸ ਲੁਭਾਉਣਾ ਕਰੋ, ਜ਼ਰੂਰ ਉਹਦੀ ਖੋਜ ਕਰਵਾਓ, ਉਹਨੂੰ ਲੁਭਾਓ। ਉਹ ਜ਼ਰੂਰ ਇਸ ਦੇਸ਼ ਕੇ ਮਾਹੀ, ਇਸ ਦੇਸ਼ ਇਸ ਇਲਾਕੇ ਮਾਝੇ ਵਿੱਚ ਹੀ ਉਹ ਕਿਤੇ ਕਿਤਾਬ ਹੋਵੇਗੀ ਜਿਹੜੀ ਤੂੰ ਕਹਿੰਦਾ ਚੋਰੀ ਕਰਕੇ ਚੋਰ ਲੈ ਗਏ ਨੇ। ਉਹਨੂੰ ਜ਼ਰੂਰ ਉਹਦੀ ਖੋਜ ਕਰਵਾ ਕੇ ਉਹਨੂੰ ਲੁਭਾਉਣਾ ਕਰੋ। ਤੇ ਬਥੇਰੇ ਹੁੰਦੇ ਨੇ ਪਤਾ ਦੱਸਣ ਵਾਲੇ, ਮੁਖਬਰੀ ਕਰਨ ਵਾਲੇ ਮੁਖਬਰ। ਕਿਸੇ ਨਾ ਕਿਸੇ ਨੂੰ ਲਾਲਚ ਵਿਖਾਓ ਕਿ ਅਸੀਂ ਉਹਨੂੰ ਨਾਮ ਕਨਾਮ ਦੇਵਾਂਗਾ ਜਿਹੜਾ ਕਿਤਾਬ ਬਾਰੇ ਦੱਸੇਗਾ, ਤੇ ਮੁਖਬਰਾਂ ਨੇ ਫਿਰ ਆਪੇ ਹੀ ਦੱਸ ਦੇਣਾ ਕਿ ਫਲਾਣੇ ਕਿਤੇ ਫਲਾਣੇ ਥਾਂ ਹੋਵੇਗੀ, ਕੋਈ ਨਾ ਕੋਈ ਦੱਸ ਪਾਵੇਗਾ। ਸੋ ਇਸ ਤਰ੍ਹਾਂ ਤੁਸੀਂ ਲਾਲਚ, ਪੈਸੇ ਦਾ ਲਾਲਚ ਵਿਖਾ ਕਰਕੇ ਤੇ ਉਹਦੀ ਕੋਈ ਖੋਜ ਪਤਾ ਦੱਸਣਾ ਕਰੇ। ਸਾਰੀ ਤਰ੍ਹਾਂ ਦੇ ਯਤਨ ਕਰੋ ਜੇਕਰ ਕਿਤੇ ਉਹ ਕਿਤਾਬ ਹੱਥ ਆ ਜਾਏ। ਚੰਦੂ ਆਖਣ ਲੱਗਾ ਕਿ ਬਾਦਸ਼ਾਹ ਤੁਹਾਡੇ ਚਿੱਤ ਵਿੱਚ ਐਸੀ ਬੜੀ ਚਾਹਤ ਹੈ ਕਿ ਉਹ ਕਿਤਾਬ ਲੱਭ ਜਾਏ। ਤੇ ਮੇਰੀ ਤੁਹਾਨੂੰ ਇਹ ਸਲਾਹ ਹੈ, ਮਸ਼ਵਰਾ ਕਿ ਤੁਸੀਂ ਸੁਲੱਭੀ ਖਾਂ ਪਠਾਨ ਨੌਜਵਾਨ ਹੈ, ਇਹਨੂੰ ਤਕੀਦ ਪੱਕੀ ਕਰਕੇ ਤੁਸੀਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਹਾ ਉਹਨਾਂ ਦੇ ਪਾਸ ਘੱਲਣਾ ਕਰੋ। ਤੇ ਇਹ ਜਾ ਕੇ ਕਠਨ ਕਠੋਰ ਮ੍ਰਿਦਲ ਕੋਮਲ ਨਰਮ ਬਚਨ ਕਹਿ ਕਰਕੇ ਤੇ ਗੁਰੂ ਅਰਜਨ ਦੇਵ ਨੂੰ ਜਾ ਕੇ ਸਮਝਾਏਗਾ। ਤੇ ਇਹ ਜਾ ਕਰਕੇ ਗੁਰੂ ਅਰਜਨ ਦੇਵ ਦੇ ਕੋਲੋਂ ਉਹ ਕਿਤਾਬ ਲੈ ਲਵੇਗਾ, ਜਿਹੜੀ ਜੋ ਕਿਤਾਬ ਜੋ ਚੋਰਾਂ ਦੀ ਛੁਪਾਈ ਲੁਕਾਈ ਹੋਈ ਨਾ ਲੁਕਾਈ ਹੈ ਨਾ, ਉਹ ਕਿਤਾਬ ਜਾ ਕੇ ਇਹ ਕਢਵਾ ਲਿਆਵੇਗਾ। ਪਰ ਨਾਲ ਤੁਸੀਂ ਕਿਰਪਾ ਕਰ ਦਿਓ ਕਿ ਉਹਨਾਂ ਦੀ ਸਿਫਾਰਿਸ਼ ਨਾ ਕੋਈ ਸੁਣੀ ਜਾਏ। ਜਦੋਂ ਇਹ ਜਾ ਕੇ ਪੁੱਛ ਪੜਤਾਲ ਕਰਵਾਵੇ, ਸਖਤੀ ਕਰੇ, ਤੇ ਉਹ ਜੇਕਰ ਕੋਈ ਸਿਫਾਰਿਸ਼ ਪਾ ਦੇਣ ਕਿ ਐਸਾ ਨਾ ਕਰੋ, ਤੇ ਤੁਸੀਂ ਉਹਨਾਂ ਦੀ ਸਿਫਾਰਿਸ਼ ਨਾ ਸੁਣਿਓ, ਤੇ ਇਸ ਕੋ ਡਰ ਪਾਵੇ, ਜਾ ਕੇ ਉਹਨਾਂ ਨੂੰ ਡਰ ਦੇਣਾ ਕਰੇ, ਡਰ ਪਾਵੇ। ਤੇ ਬਿਨਾਂ ਡਰਨ ਤੋਂ ਕਿਤਾਬ ਤੁਹਾਡੀ ਉਹ ਕਿਸੇ ਨਹੀਂ ਜੇ ਦੇਣੀ।
ਸਭ ਕੇ ਬਣ ਆਵੇ, ਸਾਡੇ ਸਾਰਿਆਂ ਵਾਸਤੇ ਇਸੇ ਤਰ੍ਹਾਂ ਹੀ ਬਣ ਆਉਂਦਾ ਹੈ ਕਿ ਅਸੀਂ ਆਪਣਾ ਦਬਦਬਾ ਵਰਤੀਏ, ਦਬਾਅ ਪਾਈਏ ਤੇ ਡਰਾਉਣਾ ਕਰੀਏ। ਕਰੇ ਦਰੋ ਸ਼ਾਹੂ ਨਾ ਲਖੇ ਕਹਿ ਚੰਦੂ ਸੰਗਾ। ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਦੁਸ਼ਟ ਸੁਭਾਅ ਵਾਲਾ ਚੰਦੂ ਜਿਹੜਾ ਨਾ ਗੁਰੂ ਸਾਹਿਬ ਨਾਲ ਦਰੋਹ ਕਰਦਾ, ਵੈਰ ਕਰ ਰਿਹਾ ਹੈ। ਸ਼ਾਹੋ ਨਾ ਲਖੇ, ਪਰ ਬਾਦਸ਼ਾਹ ਇਸ ਗੱਲ ਨੂੰ ਨਹੀਂ ਸਮਝਦਾ। ਕਹਿ ਚੰਦੂ ਸੰਗਾ, ਖੀਰ ਚੰਦੂ ਦੇ ਤਾਈ ਆਖਣ ਲੱਗਾ। ਪ੍ਰਥਮ ਬਿਨੈ ਕੇ ਬੈਨ ਕਹਿ ਨਹਿ ਕਹੇ ਕੁਟੰਗਾ। ਕਿ ਜੇਕਰ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਕੋਈ ਬੰਦਾ, ਕੋਈ ਵਿਅਕਤੀ ਅਹਿਲਕਾਰ ਭੇਜਣ ਵਾਸਤੇ, ਘੱਲਣ ਵਾਸਤੇ ਤਿਆਰ ਹੋ, ਤਾਂ ਮੈਂ ਤੁਹਾਨੂੰ ਆਪਣੇ ਵੱਲੋਂ ਕਹਿੰਦਾ ਹਾਂ ਕਿ ਪਹਿਲਾਂ ਜਾ ਕਰਕੇ ਨਿਮਰਤਾ ਦੇ, ਪ੍ਰੇਮ ਦੇ ਬਚਨ ਹੀ ਕਹਿ ਜਾਣ। ਨਹਿ ਕਹੇ ਕੁਟੰਗਾ, ਕੋਈ ਬੇਰਸੀ ਪੈਦਾ ਕਰਨ ਵਾਲੀ ਬੇਢੰਗੀ ਗੱਲ ਨਾ ਕੀਤੀ ਜਾਵੇ। ਉਪਦੇਸ਼ ਤੇ ਸਮਝਾਏ ਹੈ ਨਹਿ ਚੋਰ ਖੀਜੈ। ਤੇ ਮੇਰੀ ਦਿਸ਼ਾ, ਮੇਰੀ ਤਰਫੋਂ ਜਾ ਕੇ ਜਿਹੜਾ ਵੀ ਜਾਵੇ ਉਹ ਸਮਝਾਉਣਾ ਕਰੇ ਕਿ ਗੁਰੂ ਅਰਜਨ ਦੇਵ ਆਪਣੇ ਪਾਸ ਚੋਰਾਂ ਨੂੰ ਨਾ ਰੱਖਣਾ ਕਰੇ। ਜੇਕਰ ਖਰਚ ਵਿਸਾਲ ਹੈ ਧਨ ਧਨ ਹਮ ਤੇ ਲੀਜੈ। ਤੇ ਜੇਕਰ ਉਹਨਾਂ ਦੇ ਘਰ ਦਾ ਖਰਚਾ ਜ਼ਿਆਦਾ ਵੱਧ ਗਿਆ ਏ ਤੇ ਉਹ ਫਿਰ ਸਾਡੇ ਕੋਲੋਂ ਬਹੁਤਾ ਧਨ ਪੈਸਾ ਲੈ ਲੈਣ। ਕਿਦੋਂ ਗ੍ਰਾਮ ਲਿਓ ਔਰ ਅਗ ਮੰਦੀ ਤਜ ਚੋਰੀ। ਤੇ ਜਾਂ ਫਿਰ ਕਿਦੋਂ ਕੋਈ ਹੋਰ ਨਗਰ ਗ੍ਰਾਮ ਉਹ ਪਟਾ ਲਿਖਾ ਲੈਣ, ਲੈ ਲੈਣ। ਜਿਹੜੀ ਮੰਦੀ ਭੈੜੀ ਚੋਰੀ ਕਰਨੀ ਹੈ, ਇਹ ਚੋਰੀ ਕਰਨੀ ਛੱਡ ਦੇਣ। ਬਹੁਤ ਪੀਰ ਜੀ ਪਾਪ ਵੱਡ ਕਬ ਕਰੇ ਜੇ ਚੋਰੀ। ਤੇ ਤੁਸੀਂ ਮੇਰੇ ਵੱਲੋਂ ਆਖਿਓ ਕਿ ਹੇ ਪੀਰ ਜੀ, ਇਹ ਚੋਰੀ ਕਰਨੀ ਵੱਡਾ ਪਾਪ ਹੁੰਦਾ, ਕੋਈ ਚੋਰੀ ਥੋੜੀ ਕਰੇ, ਬਹੁਤੀ ਕਰੇ, ਉਹ ਗਲਤ ਹੁੰਦੀ ਹੈ। ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਬੇਨਤੀਆਂ ਕਹਿ ਕੇ, ਮਿਰਦਲ ਕੋਮਲ ਨਰਮ ਬਚਨ ਕਹਿ ਕੇ ਗੁਰੂ ਅਰਜਨ ਦੇਵ ਨੂੰ ਸਮਝਾਉਣਾ ਕਰਿਓ। ਪਰ ਪਹਿਲਾਂ ਤੁਸੀਂ ਇਸ ਗੱਲ ਦਾ ਨਿਸ਼ਚਾ ਕਰ ਲਿਓ, ਵੇਖ ਲਿਓ, ਪਰਖ ਲਿਓ ਕਿ ਗੁਰੂ ਅਰਜਨ ਦੇਵ ਚੋਰ ਰੱਖੇ ਵੀ ਹਨ ਕਿ ਜਾਂ ਐਵੇਂ ਤੁਸੀਂ ਹਵਾ 'ਚ ਹੀ ਗੱਲਾਂ ਕਰੀ ਜਾਂਦੇ ਹੋ, ਇਲਜ਼ਾਮ ਲਾ ਰਹੇ ਹੋ ਝੂਠਾ ਹੀ ਕਿਹੜ ਕੱਢਣ ਵਾਸਤੇ। ਕੋਈ ਆਪਣੀ ਗੱਲ ਹੋਵੇ ਤੇ ਗੁਰੂ ਪਾਤਸ਼ਾਹ ਦੇ ਸਿਰ ਥੱਪਦੇ ਹੋਵੋ। ਪਹਿਲਾਂ ਇਸ ਗੱਲ ਦਾ ਤੁਸੀਂ ਨਿਸ਼ਚਾ ਪਾ ਲਿਓ, ਯਕੀਨ ਕਰ ਲਿਓ, ਨਿਰਣਾ ਕਰ ਲਿਓ ਕਿ ਉਹ ਚੋਰ ਆਪਣੇ ਕੋਲ ਰੱਖਦੇ ਹਨ ਕਿ ਜਾਂ ਨਹੀਂ। ਸੁਨ ਸੁਲਭੀ ਕਰ ਜੋਰ ਕਹਿ ਜਿਮ ਆਏ ਸਪਾਉ। ਲਾਗੇ ਸੁਲੱਭੀ ਖਾਂ ਖਲੋਤਾ ਸੀ, ਨੇ ਹੱਥ ਜੋੜ ਕੇ ਆਖਿਆ, ਬਾਦਸ਼ਾਹ ਮੈਂ ਜਾਣ ਵਾਸਤੇ ਤਿਆਰ ਹਾਂ, ਜਿਵੇਂ ਆਇਸ ਪਾਵਾਂ, ਜਿਵੇਂ ਤੁਹਾਡੀ ਆਗਿਆ ਪਾਵਾਂਗਾ। ਮੈਂ ਮਿਲ ਕੇ ਸਾਰੀ ਗੱਲਬਾਤ ਪਰਖਾਂ ਵਿਚਾਰਾਂਗਾ ਤੇ ਨੀਕੇ ਸਮਝਾਉਂ, ਚੰਗੀ ਤਰ੍ਹਾਂ ਉਹਨਾਂ ਨੂੰ ਸਮਝਾਵਾਂਗਾ। ਤੇ ਜਿਮ ਨਿਕਸੈ, ਜਿਵੇਂ ਉਹਨਾਂ ਕੋਲੋਂ ਚੋਰੀ ਕੀਤੀ ਹੋਈ ਕਿਤਾਬ ਨਿਕਲ ਆਵੇ ਨਾ, ਤਿਮ ਰਚੋਂ ਪਾਇਆ, ਉਹ ਯਤਨੋਂ ਪਾ ਮੈਂ ਰਚਾਂਗਾ, ਬਣਾਵਾਂਗਾ, ਉਹ ਢੰਗ ਤਰੀਕੇ ਵਰਤਾਂਗਾ ਜਿਸ ਨਾਲ ਉਹਨਾਂ ਦੇ ਕੋਲੋਂ ਉਹ ਕਿਤਾਬ ਚੋਰੀ ਵਾਲੀ ਨਿਕਲ ਆਵੇ। ਬਾਕੀ ਹੋਰ ਥਾਵਾਂ ਤੇ ਵੀ ਮੈਂ ਉਸ ਕਿਤਾਬ ਨੂੰ ਭਲੀ ਤਰ੍ਹਾਂ ਨਾਲ ਖੋਜ ਕਰਵਾਵਾਂ, ਲਭਾਵਾਂਗਾ। ਦੇ ਦਰਬ ਸਵਾਇਆ, ਸਵਾਇਆ ਹੁੰਦਾ ਬਹੁਤਾ ਦਰਬ ਪੈਸਾ ਧਨ ਦੇ ਕੇ, ਜਿਵੇਂ ਵੀ ਠੀਕ ਹੋਇਆ ਮੈਂ ਤੁਹਾਡੀ ਕਿਤਾਬ ਲਭਾਉਣਾ ਕਰਾਂਗਾ। ਜਿਵੇਂ ਕਿਵੇਂ ਕਰਕੇ ਵੀ ਨਾ ਤੁਹਾਡੀ ਕਿਤਾਬ ਲਿਆ ਕੇ ਤੁਹਾਨੂੰ ਜ਼ਰੂਰ ਦੇਵਾਂਗਾ। ਸੋ ਭਾਵੇਂ ਪੈਸਾ ਵਰਤਾਂ, ਭਾਵੇਂ ਡਰ ਦੇਵਾਂ, ਦਬਾਅ ਪਾਵਾਂ, ਸੋ ਇਹ ਹੁਣ ਮੇਰੇ 'ਤੇ ਰਹਿ ਗਈ ਗੱਲ। ਜਿਵੇਂ ਕਿਵੇਂ ਕਰਕੇ ਉਹ ਕਿਤਾਬ ਜ਼ਰੂਰ ਲਿਆਵਾਂਗਾ। ਧਨ ਕਹਿ ਦਿਓ ਤਰਾਸਾ, ਪੈਸੇ ਦੇ ਕੇ, ਲਾਲਚ ਦੇ ਕੇ, ਜਾਂ ਫਿਰ ਤਰਾਸਾ ਡਰ ਭਉ ਦੇ ਕਰਕੇ। ਇਸ ਨੇ ਇੱਕ ਮੁਹਾਵਰਾ ਜਿਹਾ ਪੜ੍ਹਿਆ, ਕੀ ਆਖਿਆ, ਬ੍ਰਿਸ਼ ਹਲਾਏ ਦੇਤ ਫਲ, ਨਤ ਪੁਰੇ ਨ ਆਸਾ।
ਕਿ ਜਿਹੜਾ ਬ੍ਰਿਸ਼ ਰੁੱਖ ਹੈ ਇਹਨਾਂ ਨੂੰ ਹਿਲਾਇਆ ਜਾਵੇ, ਜਿਹਦੇ ਫਲ ਪੱਕੇ ਹੋਣ ਉਹਨੂੰ ਹਲੂਣਾ ਮਾਰੀਏ ਤੇ ਉਹ ਫਲ ਦੇ ਦਿੰਦਾ। ਅੰਬ ਵੀ ਪੱਕੇ ਹੋਣ ਤੇ ਹਲੂਣਾ ਦੇਈਏ ਡਿੱਗ ਪੈਂਦੇ ਨੇ, ਜਾਮਨੂੰ ਪੱਕੇ ਹੋਣ, ਅਮਰੂਦ ਪੱਕੇ ਹੋਣ, ਕੋਈ ਫਲ ਪੱਕਾ ਹੋ ਤੇ ਰੁੱਖ ਨੂੰ ਥੋੜ੍ਹਾ ਜਿਹਾ ਹਿਲਾਈਏ ਨਾ, ਉਹ ਰੁੱਖ ਦੇ ਫਲ ਥੱਲੇ ਡਿੱਗ ਪੈਂਦੇ, ਰੁੱਖ ਫਲ ਦੇ ਦਿੰਦਾ। ਤੇ ਜੇਕਰ ਹਲੂਣਾ ਨਾ ਦਿੱਤਾ ਤੇ ਰੁੱਖ ਨੇ ਫਲ ਨਹੀਂ ਦੇਣਾ ਤੇ ਆਸ ਪੂਰੀ ਨਹੀਂ ਹੋਣੀ। ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਭਾਈ ਸਾਹਿਬ ਕਹਿੰਦੇ ਆ, ਗੱਲਾਂ ਬਾਤਾਂ ਕਰਕੇ ਜਿਹੜਾ ਸੁਲੱਭੀ ਖਾਂ ਮੱਤ ਦਾ ਹੀਣਾ ਸੀ ਨਾ, ਬੁੱਧੀ ਭ੍ਰਿਸ਼ਟ ਵਾਲਾ, ਮਾਰੀ ਹੋਈ ਮੱਤ ਵਾਲਾ, ਇਹ ਆਪਣਾ ਲਾਓ ਲਸ਼ਕਰ ਲੈ ਕੇ ਚੜ੍ਹ ਕੇ ਚੱਲ ਪਿਆ। ਇਸ ਦੁਰਮਤੀਏ ਖੋਟੀ ਮਤ ਵਾਲੇ ਸੁਲੱਭੀ ਖਾਂ ਨੂੰ ਕਾਲ ਮੌਤ ਨੇ ਹੀ ਪ੍ਰੇਰਿਆ, ਮੌਤ ਹੀ ਇਹਨੂੰ ਪ੍ਰੇਰ ਕੇ ਉਸ ਪਾਸੇ ਲੈ ਚੱਲੀ। ਖਾਲ ਉਰ ਨਹਿ ਚੀਨਾ, ਇਸ ਖਾਲ ਮੂਰਖ ਨੇ ਆਪਣੇ ਮਨ ਵਿੱਚ ਇਸ ਗੱਲ ਨੂੰ ਨਾ ਜਾਣਿਆ, ਨਾ ਸਮਝਿਆ ਕਿ ਮੇਰੀ ਮੌਤ, ਮੇਰਾ ਕਾਲ ਮੈਨੂੰ ਪ੍ਰੇਰ ਕੇ ਉਸ ਪਾਸੇ ਲਈ ਜਾਂਦਾ ਹੈ। ਜਿਵੇਂ ਅੰਨਾ ਮਨੁੱਖ ਬਿਨਾਂ ਵੇਖਣ ਤੋਂ ਦਿਸਦਾ ਅੱਗੇ ਕੁਛ ਨਹੀਂ, ਅੱਗੇ ਸਰਾਲ ਬੈਠੀ ਹੋਵੇ, ਵੱਡਾ ਅਜਗਰ ਸੱਪ ਹੋਵੇ ਤੇ ਉਹਦੇ ਜਾ ਕੇ ਮੂੰਹ ਵਿੱਚ ਪੈ ਜਾਵੇ। ਬਿਨਾਂ ਕਾਰਨ ਤੋਂ, ਨਾ ਕੋਈ ਗੁਰੂ ਘਰ ਨਾਲ ਵੱਟ ਬੰਨਾ ਸਾਂਝਾ, ਨਾ ਕੋਈ ਕੰਧ ਕੌਲਾ ਸਾਂਝਾ, ਨਾ ਕੋਈ ਲੈਣ ਦੇਣ ਦਾ ਝਗੜਾ, ਬਿਨਾਂ ਕਾਰਨ ਤੋਂ ਹੀ। ਕਲਗੀਧਰ ਪਾਤਸ਼ਾਹ ਵੀ ਆਪਣੀ ਕਲਮ ਦੁਆਰਾ ਲਿਖਦੇ ਨੇ ਬਚਿੱਤਰ ਨਾਟਕ ਦੇ ਅੰਦਰ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮ ਸੋ ਬਿਨ ਕਾਜਾ। ਬਿਨਾਂ ਕਿਸੇ ਕੰਮ ਕਾਰ ਤੋਂ ਕੋ ਸਾਡੇ ਨਾਲ ਕੋਈ ਝਗੜਾ ਨਹੀਂ ਸੀ, ਕੇਵਲ ਕੁੜਮਾਂ ਦੇ ਢਾਏ ਚੜ੍ਹ ਕੇ ਕੁੜਮ ਭੀਮ ਚੰਦ ਦੇ ਆਖੇ ਲੱਗ ਕੇ ਤੇ ਸਾਡੇ ਗਲ ਪਿਆ ਆ ਕੇ ਭਗਾਣੀ ਦੇ ਯੁੱਧ ਵਿੱਚ ਫੌਜਾਂ ਲੈ ਕੇ ਆਇਆ, ਫਿਰ ਅਸੀਂ ਵੀ ਚੰਗਾ ਚਾਟਾ ਕੋ ਉਹਨੂੰ ਛਕਾਇਆ। ਇਹ ਵੀ ਬਿਨਾਂ ਕਾਰਨ ਤੋਂ। ਸੋ ਭਾਈ ਸਾਹਿਬ ਕਹਿੰਦੇ ਨੇ, ਬਿਨ ਕਾਰਨ ਦਰੋਹੀ ਦੁਸ਼ਟ, ਬਿਨਾਂ ਕਿਸੇ ਕਾਰਨ ਤੋਂ ਜਿਹੜਾ ਵੱਡਾ ਦਰੋਹੀ, ਨੀਚ, ਵੈਰੀ, ਦੁਸ਼ਟ ਸੁਭਾਅ ਵਾਲਾ, ਕਰ ਕ੍ਰੋਧ ਵਡੇਰੇ, ਬਹੁਤਾ ਜ਼ਿਆਦਾ ਕ੍ਰੋਧ ਕਰਕੇ। ਪਰ ਅਕਾਲ ਪੁਰਖ ਦਾ, ਕੁਦਰਤ ਦਾ ਸਿਧਾਂਤ ਹੈ ਕਿ ਜਿਹੜਾ ਨਿਰਵੈਰ ਨਾਲ ਵੈਰ ਕਰਦਾ ਨਾ, ਤਤ ਛਿਨ ਮ੍ਰਿਤ ਪਾਵੇ, ਤੁਰੰਤ ਹੀ ਉਹ ਮਿਰਤੂ ਮੌਤ ਨੂੰ ਪਾ ਲੈਂਦਾ ਹੈ। ਨਿਰਵੈਰੇ ਸੰਗ ਵੈਰ ਰਚਾਵੇ। ਗੁਰੂ ਸਾਹਿਬ ਨੇ ਬਾਣ ਵਿੱਚ ਬਚਨ ਲਿਖ ਦਿੱਤਾ ਹੈ ਕਿ ਉਹ ਇਹੋ ਜਿਹਾ ਵਿਅਕਤੀ ਫਿਰ ਆਪ ਹੀ ਜਾ ਕੇ ਮੌਤ ਦੇ ਮੂੰਹ ਵਿੱਚ ਡਿੱਗਦਾ ਹੈ। ਇਹੋ ਜਿਹੇ ਵਿਅਕਤੀ ਨੂੰ ਫੜ ਕੇ ਜਮ ਨਰਕਾਂ ਵਿੱਚ ਸੁੱਟ ਦਿੰਦਾ, ਫਿਰ ਦੁੱਖਾਂ ਦੇ ਨਾਲ ਦੁਖੀ ਹੋਇਆ ਵਿਰਲਾਵੇ ਵਿਰਲਾਪ ਕਰਦਾ ਰੋਂਦਾ ਹੈ। ਤੇ ਜਿਹੜਾ ਬੰਦਾ ਜਾ ਕੇ ਪਹਾੜ ਨਾਲ ਟੱਕਰ ਮਾਰੇਗਾ ਨਾ, ਤੇ ਉਹ ਬੰਦਾ ਆਪਣਾ ਹੀ ਸਿਰ ਮੂੰਹ ਬਣਾਵੇਗਾ। ਸਬਲ ਹੁੰਦਾ ਜ਼ੋਰ ਸਬਲ, ਸਹਿਤ ਜ਼ੋਰ ਦੇ ਜਾ ਕੇ ਐਨ ਜ਼ੋਰ ਨਾਲ ਬਲ ਨਾਲ ਜਾ ਕੇ ਜਿਹੜਾ ਪੱਕੇ ਪਹਾੜ ਨਾਲ ਟਕਰਾਵੇਗਾ, ਪਥਰੀਲੇ ਪਹਾੜ ਨਾਲ, ਉਹ ਆਪਣਾ ਹੀ ਸਿਰ ਜਿਹੜਾ ਹੈ ਬਣਾ ਬੈਠੇਗਾ। ਫੂਟਤ ਮਰ ਜਾਏ, ਉਹਦਾ ਆਪਣਾ ਹੀ ਸਿਰ ਫਟੇਗਾ, ਮੱਥਾ ਬਣਾਵੇਗਾ ਤੇ ਮਰ ਜਾਵੇਗਾ। ਇਹ ਤਾਂ ਇਸ ਤਰ੍ਹਾਂ ਨਿਰਵੈਰਿਆਂ ਨਾਲ ਵੈਰ ਰਚਾਉਣਾ ਕਿ ਜਿਵੇਂ ਕੋਈ ਆਕਾਸ਼ ਵਾਲੇ ਪਾਸੇ ਤੀਰ ਮਾਰੇ, ਉਹ ਤੀਰ ਆ ਕਰਕੇ ਫਿਰ ਉਲਟਾ ਉਸ ਨੂੰ ਹੀ ਘਾਵੇ ਮਾਰ ਦਿੰਦਾ ਹੈ। ਗੁਰੂ ਪਾਤਸ਼ਾਹ ਨੇ ਬਚਨ ਬਾਣੀ 'ਚ ਲਿਖਿਆ ਹੈ, ਜੇ ਕੋ ਸਰ ਸੰਦੇ ਜਾਣੇ ਉੱਪਰ, ਫਿਰ ਉਲਟੋ ਤਿਸੈ ਲਗਾਵੇਗੋ। ਰੱਬ ਦੇ ਪਿਆਰੇ ਉੱਪਰ ਕੋਈ ਤੀਰ ਚਲਾਵੇ, ਉਹ ਤੀਰ ਆ ਕੇ ਉਲਟਾ ਉਸ ਨੂੰ ਹੀ ਮਾਰੇਗਾ। ਮਾਲਕ ਜੀ ਦੀ ਰੱਖਿਆ ਕਰਨ ਵਾਲਾ ਹੋਏ, ਕੰਡਾ ਪਾਏ ਨਾ ਗੱਡਹੀ ਮੂਲੈ, ਜਿਸ ਸਤਿਗੁਰ ਰਾਖਨ ਹਾਰਾ ਹੈ। ਮਾਲਕ ਰੱਖਿਆ ਕਰਨ ਵਾਲਾ ਹੋਵੇ, ਪੈਰ ਵਿੱਚ ਕੰਡਾ ਤੱਕ ਨਹੀਂ ਵੱਜ ਸਕਦਾ। ਸੋ ਫਿਰ ਉਹ ਉਲਟਾ ਕਰਕੇ ਉਹਦੇ ਉੱਪਰ ਹੀ ਉਹ ਵਾਰ ਲੱਗਦਾ ਹੈ। ਸੋ ਸੈਨਾ ਦੇ ਨਾਲ ਕੋਈ ਬਹੁਤੀ ਨਹੀਂ ਸੀ, ਅਲਪ ਸੈਨ ਹੁੰਦੀ, ਥੋੜ੍ਹੀ ਹੀ ਫੌਜ ਨਾਲ ਲੈ ਕੇ ਬੜਾ ਖੁਸ਼ ਹੋ ਕੇ ਚੱਲਿਆ ਕਿ ਬਸ ਹੁਣ ਮੈਂ ਗੁਰੂ ਅਰਜਨ ਦੇਵ ਨੂੰ ਫੜ ਲਵਾਂਗਾ।
ਜਿਹੜਾ ਗੁਰੂ ਅਰਜਨ ਦੇਵ ਮੇਰੇ ਚਾਚੇ ਕੋਲੋਂ ਬਚ ਕਰਕੇ ਰਹਿ ਗਿਆ ਹੈ, ਬਚ ਰਿਹਾ ਹੈ, ਅੱਜ ਮੈਂ ਉਸ ਦੇ ਪ੍ਰਾਣ ਨਾਸ਼ ਕਰ ਦੇਵਾਂਗਾ, ਅੱਜ ਉਹਨਾਂ ਨੂੰ ਖਤਮ ਕਰ ਦੇਵਾਂਗਾ, ਅੱਜ ਜਿਉਂਦਾ ਨਹੀਂ ਛੱਡਾਂਗਾ। ਇਸ ਤਰ੍ਹਾਂ ਦੀ ਮਾੜੀ ਬੜੀ ਮੰਦੀ ਅਤੇ ਭੈੜੀ ਭਾਵਨਾ ਲੈ ਕਰਕੇ ਚੱਲ ਪਿਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਤਰਫ ਨੂੰ ਅਕਾਲ ਪੁਰਖ ਨੂੰ ਜੋ ਮਨਜ਼ੂਰ ਸੀ, ਫਿਰ ਉਹ ਜਿਵੇਂ ਭਾਣਾ ਵਰਤਿਆ। ਭਾਈ ਸਾਹਿਬ ਜੀ ਅੱਗੇ ਸੁਣਾਉਣਗੇ, ਸੁਲੱਭੀ ਖਾਂ ਵੀ ਮਾਰਿਆ ਗਿਆ। ਦੋਵੇਂ ਦੁਸ਼ਟ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉੱਪਰ ਚੜ੍ਹਾਈ ਕਰਕੇ ਆਉਣ ਦਾ ਯਤਨ ਕੀਤਾ, ਦੋਵੇਂ ਹੀ ਰਾਹ ਵਿੱਚ ਜਿਵੇਂ ਰਹਿ ਗਏ। ਪਹਿਲਾਂ ਪਿਰਥੀ ਚੰਦ ਦਾ ਸਕਾ ਭਰਾ ਬਣਿਆ ਸੀ, ਜਿਹੜਾ ਮਿੱਤਰ ਬਣਿਆ ਸੀ ਸੁਲਹੀ ਖਾਂ ਪਠਾਨ, ਉਹ ਸੜ ਕੇ ਮਾਰਿਆ ਗਿਆ, ਮਰ ਮੁੱਕ ਗਿਆ, ਖਤਮ ਹੋ ਗਿਆ। ਹੁਣ ਉਹਦਾ ਭਤੀਜਾ ਇਹ ਯਤਨ ਕਰਨ ਲੱਗਾ ਹੈ। ਸੋ ਇਹਦੀ ਵੀ ਹਾਲਤ ਜਿਵੇਂ ਹੋਈ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾफ़ੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਅਲਪ ਸੈਨ ਜੇ ਸਾਥ ਹੈ ਹਰ ਖੰਤ ਪਿਆਨਾ, ਜੋ ਚਾਚੇ ਤੇ ਬਚ ਰਹਿਓ ਮੈਂ ਕਰ ਹਉ ਹਾਨਾ। ਅਚੁੱਤ ਹੈ ਪਾਰ ਬ੍ਰਹਮ ਹੈ ਪੂਰਨ ਹੈ ਸਰਬ
ਠਾਕੁਰ ਹਾਂ ਦਾਸ रो ਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸਰਨਾਗਤੇ ਏਕ ਅੱਖਰ ਹਾਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਦਾ ਕਾਰ ਸੇਵੰਦੇ ਜੋ ਸ਼ਰਦਾ ਕਾਰ ਸੇਵੰਦੇ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।